ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨੀਕੰਦਨ ਅਮਰਦਾਸ ਗੁਰ ਹਿਰਦੈ ਤੇ ਆਵੋ ਹਿਰਦੈ ਤੇ ਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਿਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਿਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋਂ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ। ਵੰਦਹੁ ਬਾਰ ਬਾਰ ਜਗਦੀਸ਼। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਹੁ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਦੋਹਰਾ। ਦਿੱਲੀ ਤੇ ਸਿੱਖ ਪ੍ਰਥਮ ਜੋ ਗਮਨਿਓ ਆਇਸ ਲੇ। ਤੇਗ ਬਹਾਦਰ ਸਤਿਗੁਰੂ ਪਠਿਓ ਭੇਟ ਕੋ ਦੇ। ਪਰਮ ਸਨਮਾਨਯੋਗ ਰਾਜਾਨ ਰਾਜਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਵਿੱਤਰ ਹਾਜ਼ੂਰੀ ਅੰਦਰ ਉਪਸਥਿਤ ਹੋਏ ਗੁਰੂ ਸਵਾਰੇ ਗੁਰੂ ਪਿਆਰੇ ਸਤ ਸੰਗੀ ਜਨੋ ਮਹਾਰਾਜ ਜੀ ਕੀ ਅਪਾਰ ਬਖਸ਼ਿਸ਼। ਆਓ ਸੰਧਿਆ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਵਾਰਤਾ ਮਹਾਰਾਜ ਕੇ ਇਹਨਾਂ ਪਵਿੱਤਰ ਸਥਾਨਾਂ ਤੇ ਆਪ ਸੰਗਤ ਰੋਜ਼ਾਨਾ ਅਦਬ ਪਿਆਰ ਭਾਵਨਾ ਸਹਿਤ ਸਰਵਣ ਕਰਦੇ ਹੋ। ਚਲਦੀ ਆ ਰਹੀ ਲੜੀ ਤਹਿਤ ਥੋੜਾ ਸਮਾਂ ਮਹਾਰਾਜ ਜੀ ਕੇ ਜੀਵਨ ਬਿਰਤਾਂਤਾਂ ਗੁਰੂ ਸਾਖੀਆਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਆਓ ਸਭ ਤੋਂ ਪਹਿਲਾਂ ਗੁਰਦੇਵ ਪਿਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਤੋਂ ਇਜਾਜ਼ਤ ਲਈਏ। ਰਸਨਾ ਪਵਿੱਤਰ ਕਰੀਏ। ਗੁਰੂ ਫਤਿਹ ਨਾਲ ਸਾਂਝ ਪਾਓ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ ਕਵੀ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਆਪਣੀ ਇਸ ਮਹਾਨ ਰਚਨਾ ਗੁਰਪ੍ਰਤਾਪ ਸੂਰਜ ਗ੍ਰੰਥ ਜਿਸ ਦੀ 12ਵੀਂ ਰਾਸ ਦੀ ਪ੍ਰਾਰੰਭਤਾ ਕੀਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਜੀਵਨ ਦਾ ਜੋ ਇਤਿਹਾਸ ਹੈ ਵਿਸਤਾਰ ਸਹਿਤ ਲਿਖ ਰਹੇ ਨੇ। ਤੇ ਜਿਵੇਂ ਜਿਵੇਂ ਮਹਾਰਾਜ ਕੀ ਬਖਸ਼ਿਸ਼ ਹੋ ਰਹੀ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਰਮ ਧਰਮ ਵਿੱਚ ਆ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸ਼ਹਾਦਤ ਤੋਂ ਉਪਰੰਤ ਸਮੁੱਚੇ ਪੰਥ ਦੀ ਬਾਗਡੋਰ ਆਪਣੇ ਹੱਥ ਵਿੱਚ ਲੈ ਕਰਕੇ ਤੇ ਸਮੇਂ ਦੇ ਹੁਕਮਰਾਨਾਂ ਦੇ ਨਾਲ ਜਿਵੇਂ ਜੰਗਾਂ ਜੁੱਧਾਂ ਕਰਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੇ ਪੰਥ ਦਾ ਜਿਸ ਵਿਧ ਪ੍ਰਚਾਰ ਪ੍ਰਸਾਰ ਕਰਦੇ ਹਨ ਉਹ ਸਾਰੀ ਵਾਰਤਾ ਭਾਈ ਸਾਹਿਬ ਜੀਆਂ ਨੇ ਅੰਕਿਤ ਕੀਤੀ ਹੈ। ਆਰੰਭਤਾ ਕਰਦੇ ਹਨ।
ਬਚਨ ਲਿਖਦੇ ਹਨ ਦਿੱਲੀ ਤੇ ਸਿੱਖ ਪ੍ਰਥਮ ਜੋ ਗਮਨਿਓ ਆਇਸ ਲੈ। ਜਿਸ ਵਕਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸ਼ਹਾਦਤ ਹੁੰਦੀ ਹੈ, ਉਸ ਤੋਂ ਕੁਝ ਦਿਨ ਪਹਿਲਾਂ ਇੱਕ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਹੁਕਮਾਂ ਸਹਿਤ ਦਿੱਲੀ ਤੋਂ ਤੁਰਿਆ ਸੀ, ਮਹਾਰਾਜ ਜੀਆਂ ਤੋਂ ਇਜਾਜ਼ਤ ਲੈ ਕਰਕੇ, ਜਿਹਦੇ ਵਿੱਚ ਗੁਰਦੇਵ ਨੇ ਕਹਿ ਦਿੱਤਾ ਸੀ ਕਿ ਹੁਣ ਥੋੜ੍ਹੇ ਸਮੇਂ ਦੇ ਵਿੱਚ ਹੀ ਅਸੀਂ ਨੇ ਇਹ ਸ਼ਹਾਦਤ ਦੇ ਦੇਣੀ ਹੈ, ਕਿਉਂਕਿ ਤੁਰਕ ਬਾਦਸ਼ਾਹ ਜਿਹੜਾ ਹੈ ਉਹ ਆਪ ਸਾਡਾ ਧਰਮ ਤਬਦੀਲ ਕਰਵਾਉਣ ਲਈ ਬਹੁਤ ਉਤਾਵਲਾ ਹੈ। ਜਾਂ ਪੇਸ਼ਕਸ਼ ਕਰ ਰਿਹਾ ਸਾਨੂੰ ਕਰਾਮਾਤ ਦਿਖਾਓ, ਤੇ ਸਾਨੂੰ ਇਹ ਦੋਨੋਂ ਹੀ ਗੱਲਾਂ ਪਰਵਾਰ ਨਹੀਂ ਨੇ, ਇਸ ਲਈ ਸ਼ਹਾਦਤ ਨਿਸ਼ਚੈ ਹੈ। ਸਾਡੇ ਸੁਪੁੱਤਰ ਲਾਲ ਗੋਬਿੰਦ ਰਾਏ ਜੀ ਹੋਰਾਂ ਨੂੰ ਜਾ ਕਰਕੇ ਕਹਿ ਦੇਣਾ ਕਿ ਹੁਣ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਆਪ ਜੀ ਦੀ ਹੈ। ਤੇ ਜਿਵੇਂ ਸੁਨੇਹਾ ਆਇਆ, ਭਾਈ ਸਾਹਿਬ ਜੀ ਲਿਖਦੇ ਨੇ, ਤੇਗ ਬਹਾਦਰ ਸਤਿਗੁਰੂ ਪੱਠਿਓ ਭੇਟ ਸੋ ਦੇ। ਗੁਰਤਾ ਦੇ ਲਈ ਜੋ ਜ਼ਰੂਰੀ ਸਮੱਗਰੀ ਕਹਿ ਲਈਏ, ਮਹਾਰਾਜ ਨੇ ਆਪਣੇ ਹੁਕਮਾਂ ਸਹਿਤ ਕਹਿ ਦਿੱਤਾ ਕਿ ਹੁਣ ਗੁਰਤਾ ਗੱਦੀ ਦੇ ਉੱਪਰ ਸਾਡੇ ਸੁਪੁੱਤਰ ਲਾਲ ਗੋਬਿੰਦ ਰਾਏ ਜੀ ਸੁਭਾਇਮਾਨ ਨੇ। ਜਿਵੇਂ ਆਪ ਸੰਗਤ ਨੂੰ, ਪੰਥ ਨੂੰ, ਗੁਰੂ ਸਿੱਖਾਂ ਨੂੰ ਹੁਕਮ ਕਰਨਗੇ, ਆਪ ਜੀਆਂ ਨੇ ਉਹਨਾਂ ਦੇ ਅਨੁਸਾਰੀ ਹੋਣਾ ਹੈ। ਸੋ ਇਸ ਵਿਧ ਸਿੱਖ ਜਿਹੜਾ ਸੁਨੇਹਾ ਲੈ ਕਰਕੇ ਦਿੱਲੀ ਤੋਂ ਚੱਲ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੀ ਹਜ਼ੂਰੀ ਵਿੱਚ ਪਹੁੰਚਦਾ ਹੈ। ਉਸ ਤੋਂ ਥੋੜੇ ਸਮੇਂ ਬਾਅਦ ਹੀ ਦੂਸਰਾ ਸਿੱਖ ਜੋ ਹੈ ਉਹ ਮਹਾਰਾਜ ਜੀ ਦਾ ਪਵਿੱਤਰ ਸੀਸ ਲੈ ਕਰਕੇ ਪਹੁੰਚ ਗਿਆ। ਸੋ ਜਿਸ ਵੇਲੇ ਸਭ ਕੁਝ ਹੋਇਆ, ਭਾਈ ਸਾਹਿਬ ਜੀਆਂ ਦੇ ਇਸ ਪ੍ਰਾਰੰਭਲੇ ਇਸ ਰਾਸ ਦੇ ਪਹਿਲੇ ਪ੍ਰਸੰਗ ਵਿੱਚ ਸਾਰਾ ਵਿਖਿਆਨ ਹੈ। ਜਿਵੇਂ ਅੱਗੇ ਬਖਸ਼ਿਸ਼ ਕਰਦੇ ਹਨ। ਸਵਈਆ ਛੰਤ ਪੈਸੇ ਪੰਚੋ ਸ੍ਰੀ ਫਲ ਸੁੰਦਰ, ਗੁਰਤਾ ਅਰਪਨ ਕੀ ਬਿਦ ਜੋਏ। ਪੈਸੇ 5 ਪੈਸੇ, ਸ਼੍ਰੀ ਫਲ ਨਾਰੀਅਲ ਦਾ ਇੱਕ ਫਲ। ਜਾਂ ਇਸ ਤੋਂ ਪਹਿਲਾਂ ਜਿਸ ਵਿਧ ਪਹਿਲੇ ਗੁਰੂ ਸਾਹਿਬਾਨਾਂ ਜੀਆਂ ਨੂੰ ਗੁਰਤਾ ਗੱਦੀ ਪ੍ਰਾਪਤ ਹੁੰਦੀ ਸੀ, ਤੇ ਜਿਸ ਵਿਧ ਜੋ ਮਰਿਆਦਾ, ਖਾਸ ਕਰਕੇ ਗੁਰੂ ਕਹਿਣ ਪਿਆਰੇ ਸਿੱਖ ਭਾਈ ਬੁੱਢਾ ਸਾਹਿਬ ਜੀ ਜਾਂ 6ਵੇਂ ਪਾਤਸ਼ਾਹ ਜੀ ਹੋਰਾਂ ਦੇ ਸਮੇਂ ਤੇ ਉਹਨਾਂ ਦੇ ਸਰੀਰ ਛੱਡਣ ਤੋਂ ਉਪਰੰਤ ਉਹਨਾਂ ਦੇ ਸੁਪੁੱਤਰ ਭਾਈ ਭਾਨਾ ਜੀ, ਸੋ ਉਹਨਾਂ ਵੱਲੋਂ ਇਹ ਜਿਹੜੀ ਮਰਿਆਦਾ ਜਿਸ ਵਿਧ ਨਿਭਾਈ ਜਾਂਦੀ ਹੈ। ਹੁਣ ਇਸ ਸਮੇਂ ਵਿੱਚ ਇੱਕ ਸਿੱਖ ਜਿਹੜਾ ਹੈ ਇਹ ਵਸਤੂਆਂ ਲੈ ਕਰਕੇ ਮਹਾਰਾਜ ਜੀ ਕੀ ਹਾਜ਼ੂਰੀ ਅੰਦਰ ਹਾਜ਼ਰ ਹੁੰਦਾ ਹੈ। ਲੇਕਰ ਪੰਥ ਬਿਕੈ ਪਰਥਾਨਿਓ, ਥਿਰੋ ਨ ਕਿਸਤਲ ਤਖਤ ਨ ਸੋਏ। ਇਹ ਵਸਤੂ ਲੈ ਕਰਕੇ ਸਿੱਖ ਜਿਹੜਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਪਵਿੱਤਰ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਿਆ। ਰਾਸਤੇ ਵਿੱਚ ਕਿਤੇ ਵੀ ਨਹੀਂ ਰੁਕਿਆ ਹੈ, ਨਿਰੰਤਰ ਆਪਣਾ ਪੈਂਡਾ ਤੈਅ ਕਰਦਾ ਹੋਇਆ ਮਹਾਰਾਜ ਜੀ ਕੇ ਪਵਿੱਤਰ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਕੀ ਹਾਜ਼ੂਰੀ ਵਿੱਚ ਪਹੁੰਚਦਾ ਹੈ ਜੀ। ਗੁਰ ਆਗਿਆ ਸੰਦਨ ਅਸਵਾਰੀ, ਚਿਤ ਉਤਸਾਹ ਸੂਝ ਤਬ ਹੋਏ। ਗੁਰੂ ਦੀ ਆਗਿਆ ਸੀ ਕਿ ਤੁਸੀਂ ਕਿਸੇ ਵੀ ਸਵਾਰੀ ਤੇ ਕੋਈ ਪਾਲਕੀ ਆਦਿਕ ਤੇ ਸਫ਼ਰ ਤੈਅ ਕਰ ਸਕਦੇ ਹੋ, ਲੇਕਿਨ ਸਿੱਖ ਨੇ ਗੁਰੂ ਕਾ ਹੁਕਮ ਮੰਨ ਕਰਕੇ ਇਹ ਸਾਰੀ ਸੇਵਾ ਆਪਣੇ ਪੈਰੀ ਕੀਤੀ ਹੈ। ਸਾਰਾ ਸਫਲ ਆਪਣੇ ਪੈਰੀ ਕੀਤਾ ਹੈ, ਕਿਉਂਕਿ ਸਿੱਖ ਦੀ ਇੱਕ ਭਾਵਨਾ ਹੈ ਕਿ ਗੁਰੂ ਦੇ ਹੁਕਮ ਨੂੰ ਜਿੰਨਾ ਵੱਧ ਤੋਂ ਵੱਧ ਕਮਾਇਆ ਜਾਵੇ, ਉਨਾ ਹੀ ਸਿੱਖ ਗੁਰੂ ਦੀ ਖੁਸ਼ੀ ਦਾ ਪਾਤਰ ਬਣਦਾ ਹੈ। ਸੋ ਇਸ ਵਿਧ ਸਿੱਖ ਨੇ ਗੁਰੂ ਕਾ ਹੁਕਮ ਮੰਨਦਿਆਂ ਹੋਇਆਂ ਵੀ ਇਹ ਸਾਰੀ ਸੇਵਾ ਜਿਹੜੀ ਹੈ ਆਪਣੇ ਪੈਰੀ ਨਿਭਾਈ ਹੈ ਜੀ। ਪਹੁੰਚਿਓ ਆਨ ਅਨੰਦਪੁਰ ਸੋ ਸਿੱਖ, ਕੁਸਲ ਕਹਿਤ ਬੂਝੋ ਨਰ ਕੋਏ। ਫਿਰ ਅਖੀਰ ਜਿਵੇਂ ਮਹਾਰਾਜ ਕਾ ਹੁਕਮ ਸੀ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕੇ ਪਵਿੱਤਰ ਸਥਾਨ ਅਨੰਦਪੁਰ ਸਿੱਖ ਪਹੁੰਚਦਾ ਹੈ। ਜਿਸ ਵਕਤ ਪਹੁੰਚਦਾ ਹੈ, ਇੱਥੋਂ ਦੇ ਜਿਹੜੇ ਹੋਰ ਸਿੱਖ ਨੇ ਉਸ ਨੂੰ ਮਿਲਦੇ ਹਨ, ਮੁਲਾਕਾਤ ਹੁੰਦੀ ਹੈ। ਤੇ ਉਸ ਧਰਤੀ, ਪਵਿੱਤਰ ਧਰਤੀ ਦਿੱਲੀ ਦੀ ਧਰਤੀ ਤੇ ਜਿਸ ਵਿਧ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਰਤ ਰਹੇ ਹਨ, ਉੱਥੋਂ ਦਾ ਜੋ ਕੁਸ਼ਲ ਪ੍ਰਸ਼ਨ ਹੈ, ਸੁਖ ਸਾਂਦ ਆਦਿਕ ਹੈ, ਉਹ ਸਭ ਪੁੱਛ ਰਹੇ ਹਨ। ਸਵਾ ਪਹਿਰ ਦਿਨ ਆਇਓ ਤਿਸ ਛਿਨ, ਬੈਠੇ ਸ੍ਰੀ ਗੁਰੂ ਗੋਬਿੰਦ ਰਾਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਦਿਨ ਸਵਾ ਪਹਿਰ ਦਿਨ ਚੜ ਚੁੱਕਿਆ ਸੀ। ਜਿਵੇਂ ਪੰਸਾਰ ਹੁੰਦੀ ਹੈ, ਦਿਨ ਦਾ ਪਹਿਲਾ ਪਹਿਰ ਜਿਹੜਾ ਬੀਤਦਾ ਹੈ, ਉਸ ਤੋਂ ਬਾਅਦ ਪਹਿਲਾ ਪਹਿਰ ਦਿਨ ਬਤੀਤ ਹੋਣ ਤੋਂ ਬਾਅਦ ਸਵਾ ਪਹਿਰ ਦਿਨ ਜਿਹੜਾ ਹੈ ਉਹ ਬਤੀਤ ਹੋ ਗਿਆ ਹੈ। ਜਿਸ ਵਿਧ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਪਣੇ ਪਵਿੱਤਰ ਸਿੰਘਾਸਨਾਂ ਦੇ ਉੱਪਰ ਆਣ ਕਰ ਬੈਠੇ ਹਨ। ਜਗਤ ਸਮਾਸੋ ਵਰਤੈ ਨਿਤ ਪ੍ਰਤ, ਸੋ ਸਭ ਚਿਤ ਮੈਂ ਬਿਜਤੈ ਆਏ। ਜਗਤ ਸਮਸਤ ਜਿਸ ਵਿਧ ਜਗਤ ਦੇ ਵਿੱਚ ਮਹਾਰਾਜ ਵਰਤਦੇ ਹਨ,
ਜਾਂ ਜੋ ਮਹਾਰਾਜ ਕੀ ਖੁਸ਼ੀ ਹੈ, ਜਿਸ ਵਿਦ ਉਹ ਸਾਰੇ ਅੰਤਰਯਾਮਤਾ ਦੇ ਨਾਲ ਮਹਾਰਾਜ ਆਪ ਜਾਣਦੇ ਹਨ। ਵਰਤੈ ਨਿਤਪਤ, ਜਿਵੇਂ ਸਾਰੀ ਸੰਗਤ ਦੇ ਨਾਲ ਨਿਤਪਤ ਮਹਾਰਾਜ ਵਰਤਦੇ ਸਨ, ਉਸੇ ਵਿਦ ਅੱਜ ਵੀ ਆਪਣੇ ਪਵਿੱਤਰ ਤਖਤ ਤਿਆਗ ਕਰਕੇ ਸੁਭਾਇਮਾਨ ਹੋਏ ਹਨ। ਕੇਤਿਕ ਮਸੰਦ ਬਿਲੰਦ ਚਿਤ ਜੁਤ, 24 ਮੈਂ ਤਿਮ ਸਿੱਖ ਸਮੁਦਾਏ। ਮਹਾਰਾਜ ਜੀ ਕੇ ਘਰ ਦਾ, ਮਹਾਰਾਜ ਜੀ ਕੇ ਉਸ ਸਥਾਨ ਦਾ ਇਹ ਹਵਾਲਾ ਹੈ ਜਿਸ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਪਵਿੱਤਰ ਸਿੰਘਾਸਨ ਤਿਆਗ ਕਰਕੇ ਬੈਠੇ। ਬਹੁਤ ਸਾਰੇ ਮਸੰਦ ਤੇ ਬਹੁਤ ਸਾਰੇ ਗੁਰੂ ਕੇ ਟਹਿਲੀਏ ਸਿੱਖ, ਹੋਰ ਸਿੱਖ ਸੰਗਤਾਂ ਮਹਾਰਾਜ ਜੀ ਕੇ ਚੁਗਿਰਦੇ ਇਕੱਤਰ ਹਨ। ਬਹੁਤ ਸਾਰੀ ਭੀੜ ਹੈ ਉਸ ਵਕਤ ਮਹਾਰਾਜ ਜੀ ਕੇ ਘਰ, ਜਿਸ ਵਕਤ ਮਹਾਰਾਜ ਨੇ ਆ ਕਰਕੇ ਸਭ ਨੂੰ ਇੱਥੇ ਆਪਣੇ ਪਵਿੱਤਰ ਸਿੰਘਾਸਨ ਤੇ ਬੈਠ ਕਰਕੇ ਦਰਸ਼ਨ ਬਖਸ਼ੇ ਹਨ। ਕੇ ਚਿਤ ਰਹਿਤ ਸਮੀਪ ਕਦੀਮੀ, ਕੇ ਚਿਤ ਨੈ ਦਰਸ ਹਿਤ ਆਏ। ਉਹਦੇ ਵਿੱਚ ਬਹੁਤ ਸਾਰੇ ਤਾਂ ਐਸੇ ਸਨ, ਕੇ ਚਿਤ ਰਹਿਤ ਸਮੀਪ ਕਦੀਮੀ, ਮਹਾਰਾਜ ਕੀ ਸੇਵਾ ਕਰਨ ਵਾਲੇ ਟਹਿਲੀਏ ਸਿੱਖ ਜਿਹੜੇ ਹਰ ਵਕਤ ਹੀ ਹਜ਼ੂਰੀ ਵਿੱਚ ਵਿਚਰਦੇ ਸਨ। ਗੁਰੂ ਹੁਕਮ ਪਾ ਕਰਕੇ ਮਹਾਰਾਜ ਕੀ ਬਖਸ਼ੀ ਹੋਈ ਸੇਵਾ ਮਹਾਰਾਜ ਕੇ ਦਰ ਤੇ ਟਿਕ ਕਰਕੇ ਕਰਦੇ ਸਨ। ਕੇਚਿਤ ਨਏ ਦਰਸ਼ਨ ਹਿਤ ਆਏ, ਤੇ ਬਹੁਤ ਸਾਰੇ ਸਿੱਖ ਐਸੇ ਸਨ ਜਿਵੇਂ ਰੋਜ਼ਾਨਾ ਸੰਗਤਾਂ ਦੂਰ ਦੇਸ਼ਾਂ ਤੋਂ ਚੱਲ ਕਰਕੇ ਆਉਂਦੀਆਂ ਨੇ, ਮਹਾਰਾਜ ਕੇ ਦਰਸ਼ਨ ਪਾ ਕੇ ਤੇ ਫਿਰ ਸੰਗਤ ਵਾਪਸ ਆਪਣੇ ਦੇਸ਼ ਮੁੜ ਜਾਂਦੀ ਹੈ। ਇਸ ਵਿੱਚ ਜਿਤਨੀ ਸੰਗਤ ਮਹਾਰਾਜ ਕੀ ਹਜ਼ੂਰੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਰਾਜਮਾਨ ਹੈ, ਉਹਦੇ ਵਿੱਚ ਕੁਝ ਪਹਿਲੇ ਸਿੱਖ ਸੇਵਾ ਕਰਨ ਵਾਲੇ ਵਿਰਾਜਮਾਨ ਹਨ ਤੇ ਬਹੁਤ ਸਾਰੇ ਦੂਰ ਦੇਸ਼ਾਂ ਤੋਂ ਦਰਸ਼ਨ ਕਰਨ ਹਿਤ ਆਏ ਹੋਏ ਹਨ। ਸਿੰਘ ਕੱਟ ਸਿੱਖ ਪਹੁੰਚਿਓ ਤਤ ਛਿਨ, ਦੇਖ ਉਠੇ ਸਤਿਗੁਰ ਅਵਗਾਏ। ਤੇ ਜਿਸ ਵਿਦ ਮਹਾਰਾਜ ਦਰਸ਼ਨ ਦੇ ਰਹੇ ਸਨ ਆਪਣੇ ਪਵਿੱਤਰ ਸਿੰਘਾਸਨ ਤੇ, ਉੱਥੇ ਹੀ ਨਾਲ ਸ਼ੀਘਰ ਉਹ ਜਿਹੜਾ ਸਿੱਖ ਹੈ ਦੌੜਦਾ ਹੋਇਆ, ਇਹ ਸਫ਼ਰ ਪੈਰੀ ਤੈਅ ਕਰਦਾ ਹੋਇਆ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਪਹੁੰਚਦਾ ਹੈ। ਜਿਵੇਂ ਪਹੁੰਚਦਾ ਹੈ, ਪ੍ਰਥਮ ਨਜ਼ਰ ਮਹਾਰਾਜ ਜੀ ਕੀ ਉਸ ਦੇ ਉੱਪਰ ਪੈਂਦੀ ਹੈ। ਸਿੱਖ ਵੀ ਮਹਾਰਾਜ ਕੇ ਦਰਸ਼ਨ ਕਰਦਾ ਹੈ, ਲੇਕਿਨ ਜਿਵੇਂ ਗੁਰਦੇਵ ਨੇ ਤੱਕਿਆ ਹੈ, ਮਹਾਰਾਜ ਆਪਣੇ ਆਸਣ ਤੋਂ ਖੜੇ ਹੋ ਗਏ ਸਨ। ਗੁਰਤਾ ਪਹੁੰਚੀ ਲਖੀ ਨਮੋ ਕਰ, ਪੁਨ ਬੈਠੇ ਸਿੰਘਾਸਨ ਆਏ। ਭਾਵੇਂ ਕਿ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਸਭ ਜਾਣਦੇ ਨੇ, ਅੰਤਰਯਾਮਤਾ ਦੇ ਨਾਲ ਮਹਾਰਾਜ ਜੀਆਂ ਨੂੰ ਸਭ ਪਤਾ ਹੈ, ਲੇਕਿਨ ਫਿਰ ਵੀ ਜੋ ਹੁਕਮ ਆ ਰਹੇ ਹਨ ਪਿਤਾ ਗੁਰਦੇਵ ਜੀਆਂ ਦੇ, ਉਹਨਾਂ ਹੁਕਮਾਂ ਨੂੰ ਵਜਾਉਣ ਦੇ ਲਈ ਪ੍ਰਥਮ ਆਪ ਅੱਗੋਂ ਖੜੇ ਹੋ ਕਰਕੇ ਨਮਸਕਾਰ ਕਰਦੇ ਹਨ। ਸਿੱਖ ਨੂੰ ਆਓ ਜੀ ਕਹਿੰਦੇ ਹਨ, ਕਿਉਂਕਿ ਇਹ ਸਿੱਖ ਨੂੰ ਤੋਰਿਆ ਵੀ ਮਹਾਰਾਜ ਜੀਆਂ ਨੇ ਆਪ ਹੀ ਸੀ। ਨਾਲ ਇਹ ਵੀ ਸਮਝਦੇ ਹਨ ਵੀ ਮਹਾਰਾਜ ਨੇ ਜੋ ਜ਼ਿੰਮੇਵਾਰੀ ਸਾਡੇ ਸਿਰ ਦੇਣੀ ਹੈ ਗੁਰਤਾ ਗੱਦੀ ਦੀ, ਮਾਨੋ ਉਹ ਸਮਾਂ ਆ ਗਿਆ ਹੈ, ਸਿੱਖ ਦਾ ਸੁਨੇਹਾ ਤੇ ਉਹ ਵਸਤ ਪਹੁੰਚ ਗਈ ਹੈ। ਹੁਣ ਇਹ ਸਾਰਾ ਕਾਰਜ ਸਾਨੂੰ ਸੰਭਾਲਣਾ ਹੈ ਜੀ। ਤਰ ਪੈਸੇ ਆਗੇ ਸਭ ਦੇਖਤ, ਲੈ ਸ੍ਰੀ ਫਲ ਝੋਲੀ ਮੈਂ ਪਾਏ। ਫਿਰ ਆਏ ਹੋਏ ਸਿੱਖ ਨੇ ਕੀਤਾ ਕਿ ਮਹਾਰਾਜ ਜੀ ਕੇ ਚਰਨਾਂ ਵਿੱਚ ਨਮਸਕਾਰ ਕੀਤੀ। ਮਹਾਰਾਜ ਉਸੇ ਵੇਦ ਆਪਣੇ ਸਿੰਘਾਸਨਾਂ ਤੇ ਸਜ ਗਏ। ਮਹਾਰਾਜ ਜੀ ਕੇ ਚਰਨਾਂ ਵਿੱਚ ਨਮਸਕਾਰ ਕਰਨ ਤੋਂ ਉਪਰੰਤ ਧਰ ਪੈਸੇ ਆਗੇ ਸਭ ਦੇਖਤ, ਜਿਹੜੇ 5 ਪੈਸੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਚਰਨਾਂ ਵਿੱਚ ਸਨਮੁਖ ਰੱਖ ਕਰਕੇ ਮੱਥਾ ਟੇਕਿਆ। ਤਬ ਸ਼੍ਰੀ ਫਰ ਝੋਰੀ ਮੈਂ ਪਾਏ, ਤੇ ਜੋ ਗੁਰਤਾ ਦੀ ਨਿਸ਼ਾਨੀ ਜੋ ਮਰਿਆਦਾ ਅਨੁਸਾਰ ਦਿੱਤਾ ਜਾਂਦਾ ਹੈ, ਸ਼੍ਰੀ ਫੁੱਲ ਨਾਰੀਅਲ ਦਾ ਫਲ ਮਹਾਰਾਜ ਜੀ ਕੇ ਝੋਲੀ ਦੇ ਅੰਦਰ ਰੱਖ ਦਿੱਤਾ ਹੈ ਜੀ। ਹਾਥ ਬੰਦ ਬੰਧਨ ਸਿੱਖ ਕੀ ਨਸ, ਪਦ ਅਰ ਬਿੰਦਨ ਸੀਸ ਟਿਕਾਏ। ਫਿਰ ਉਹ ਸਿੱਖ ਨੇ ਦੋਨੋਂ ਹੱਥ ਜੋੜ ਕਰਕੇ ਮਹਾਰਾਜ ਜੀ ਕੇ ਚਰਨਾਂ ਵਿੱਚ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਬੈਠੇ ਸਾਰੇ ਸਿੱਖਾਂ ਨੂੰ ਹੌਕਾ ਦੇ ਕੇ ਕਹਿ ਦਿੱਤਾ ਹੈ ਕਿ ਭਾਈ ਸੰਗਤ ਜੀ, ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਓ ਕੇ ਹੁਕਮਾਂ ਸਹਿਤ ਅੱਜ ਸਾਡੇ ਅਗਲੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹਨ। ਗੁਰਤਾ ਗੱਦੀ ਇਹਨਾਂ ਨੂੰ ਪ੍ਰਾਪਤ ਹੋ ਗਈ ਹੈ। ਸੋ ਇਸ ਵਿਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਨੰਦਪੁਰ ਦੀ ਧਰਤੀ ਤੇ ਪਿਤਾ ਗੁਰਦੇਵ ਜੀ ਕੇ ਆਏ ਹੋਏ ਹੁਕਮ ਅਨੁਸਾਰ ਗੁਰੂ ਬਣੇ ਹਨ ਜੀ। ਪੁਨ ਸਿੱਖ ਨੇ ਸਿੱਖ ਸਭਾ ਸਰਬ ਕੋ, ਨਮੋ ਕਰੀ ਚੋ ਦਿਸ ਮੁਖ ਫੇਰ। ਫਿਰ ਉਹ ਸਿੱਖ ਮਹਾਰਾਜ ਜੀ ਕੇ ਚਰਨਾਂ ਵਿੱਚ ਨਮਸਕਾਰ ਕਰਕੇ ਉੱਠਿਆ ਤੇ ਆਪਣਾ ਮੁਖ ਉਸ ਨੇ ਬੈਠੀ ਹੋਈ ਸਮੂਹ ਸੰਗਤ ਵੱਲ ਕੀਤਾ। ਚੌਗਿਰਦੇ ਮੁਖ ਫੇਰ ਕਰਕੇ ਸੰਗਤ ਨੂੰ ਨਮਸਕਾਰ ਕੀਤੀ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਸੋ ਜਿੱਥੇ ਗੁਰੂ ਕਾ ਦੀਦਾਰ ਹੁੰਦਾ ਹੈ, ਸਿੱਖ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ, ਉੱਥੇ ਸੰਗਤ ਦੇ ਦਰਸ਼ਨ ਵਿੱਚ ਵੀ ਸਿੱਖ ਨੂੰ ਬਹੁਤ ਵੱਡੀ ਬਖਸ਼ਿਸ਼ ਮਿਲਦੀ ਹੈ।
ਸੋ ਸਾਰੀ ਸੰਗਤ ਨੂੰ ਨਮੋ ਕਰੀ ਚਾਹੋਂ ਦਿਸ਼ ਮੁਖ ਫੇਰ। ਜਿਤਨੀ ਵੀ ਮਹਾਰਾਜ ਕੇ ਚੁਗਿਰਦੇ ਸੰਗਤ ਜੁੜੀ ਹੋਈ ਹੈ, ਸਿੱਖ ਸਾਰੀ ਸੰਗਤ ਨੂੰ ਸੀਸ ਨਿਵਾ ਕਰਕੇ ਨਮਸਕਾਰ ਕਰ ਰਿਹਾ ਹੈ। ਆਇਸ ਲੈ ਸਤਿਗੁਰ ਕੀ ਬੈਠਿਓ, ਸਨਮੁਖ ਸੁੰਦਰ ਦਰਸ਼ਨ ਹੀਰ। ਫਿਰ ਇਹ ਸਿੱਖ ਨੇ ਮਹਾਰਾਜ ਜੀਆਂ ਤੋਂ ਆਸ਼ੀਰਵਾਦ ਬਖਸ਼ਿਸ਼ ਲਈ, ਮਹਾਰਾਜ ਜੀ ਤੋਂ ਆਗਿਆ ਲਈ। ਫਿਰ ਮਹਾਰਾਜ ਜੀ ਕੇ ਪਾਸ ਹੀ ਸੰਗਤ ਵੱਲ ਮੁਖ ਕਰਕੇ ਮਹਾਰਾਜ ਜੀ ਕੇ ਸਨਮੁਖ ਇੱਕ ਸਾਈਡ ਤੇ ਬਿਰਾਜ ਗਿਆ, ਬੈਠ ਗਿਆ ਹੈ ਜੀ। ਸੁਧ ਬੂਜੀ ਸਭ ਲੱਗਿਓ ਸੁਨਾਵਨ, ਤੁਰਕੇਸ਼ਵਰ ਕੇ ਖੋਟ ਵਡੇਰ। ਫਿਰ ਜਿਸ ਵਕਤ ਮਹਾਰਾਜ ਜੀ ਕੀ ਹਾਜ਼ੂਰੀ ਦੇ ਅੰਦਰ ਇਹ ਸਿੱਖ ਬੈਠਾ ਹੈ, ਕਿਉਂਕਿ ਮਹਾਰਾਜ ਨੇ ਇਸ ਨੂੰ ਭੇਜਿਆ ਸੀ ਕਿ ਜਾਓ ਸੁਨੇਹਾ ਲੈ ਕਰਕੇ ਆਓ, ਦਿੱਲੀ ਕੀ ਕੁਝ ਵਰਤ ਰਿਹਾ। ਸੋ ਜਿਵੇਂ ਮਹਾਰਾਜ ਕੀ ਹਜ਼ੂਰੀ ਵਿੱਚ ਬੈਠਾ ਹੈ, ਇੱਕ ਪਾਸੇ ਮੁੱਖ ਇਸ ਦਾ ਗੁਰਦੇਵ ਵੱਲ ਹੈ, ਦੂਸਰੇ ਪਾਸੇ ਸੰਗਤ ਵੱਲ ਹੈ। ਸਾਰੀ ਸੰਗਤ ਵੀ ਸਾਵਧਾਨ ਹੋਈ ਹੈ, ਕਿਉਂਕਿ ਦਿੱਲੀ ਤੋਂ ਸਿੱਖ ਚੱਲ ਕਰਕੇ ਆਇਆ ਹੈ, ਸੁਨੇਹਾ ਮਹਾਰਾਜ ਜੀ का ਹੈ, ਗੁਰਤਾ ਵੀ ਆ ਚੁੱਕੀ ਹੈ। ਸੁਧ ਬੂਝੀ ਸਭ ਲੱਗਿਓ ਸੁਣਾਵਨ। ਜਿਵੇਂ ਹੀ ਮਹਾਰਾਜ ਨੇ ਹੁਕਮ ਦਿੱਤੇ ਵੀ ਦੱਸੋ, ਸੁਣਾਓ ਉੱਥੇ ਕੀ ਕੁਝ ਵਰਤ ਰਿਹਾ, ਕੀ ਹਾਲ ਨੇ ਪਿਤਾ ਗੁਰਦੇਵ ਜੀ ਕੇ। ਫਿਰ ਇਹ ਸਿੱਖ ਆਪਣੇ ਮੁਖ ਤੋਂ ਸਾਰੀ ਵਾਰਤਾ ਸੰਗਤ ਦੇ ਅੰਦਰ ਸਤਿਗੁਰੂ ਜੀ ਨੂੰ ਸੁਣਾ ਰਿਹਾ ਹੈ। ਮਹਾਰਾਜ ਵੀ ਸੁਣ ਰਹੇ ਸਨ ਆਪਣੇ ਸਿੰਘਾਸਨਾਂ ਤੇ ਬੈਠੇ। ਮਹਾਰਾਜ ਜੀ ਕੇ ਚੁਗਿਰਦੇ ਜਿਤਨੀ ਸੰਗਤ ਜੁੜੀ ਹੋਈ ਹੈ, ਉਹ ਵੀ ਇਹ ਸਿੱਖ ਦੀ ਜਿਤਨੀ ਵਾਰਤਾ ਹੈ, ਬੋਲ ਹਨ, ਉਹ ਸਰਵਣ ਕਰ ਰਹੇ ਸਨ। ਤੁਰਕੇਸ਼ਰ ਕੋ ਖੋਟ ਵਡੇਰ। ਫਿਰ ਇਸ ਨੇ ਇਸ ਤੋਂ ਬਾਤ ਪ੍ਰਾਰੰਭ ਕੀਤੀ ਕਿ ਗੁਰਦੇਵ ਜਿਹੜਾ ਤੁਰਕੇਸ਼ਰ ਬਾਦਸ਼ਾਹ ਹੈ, ਬਾਦਸ਼ਾਹ ਔਰੰਗਜ਼ੇਬ ਹੈ, ਬਹੁਤ ਖੋਟੀ ਮੱਤ ਦਾ ਬਾਦਸ਼ਾਹ ਹੈ। ਭਾਵ ਉਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਬਹੁਤ ਖਟਿਆਈ ਕਮਾ ਰਿਹਾ ਹੈ ਜੀ। ਕਰਤ ਕਠੰਤਾ ਅਨਕ ਭਾਂਤ ਕੀ, ਨੈਕਚ ਜਾਣੈ ਪ੍ਰਭੂ ਦਲੇਰ। ਬਹੁਤ ਕਠੋਰਤਾ ਦੇ ਨਾਲ, ਬੜੇ ਕਰੜੇ ਸੁਭਾਅ ਦੇ ਨਾਲ ਸਤਿਗੁਰੂ ਜੀਆਂ ਦੇ ਨਾਲ ਪੇਸ਼ ਆ ਰਿਹਾ ਹੈ। ਸਤਿਗੁਰੂ ਜੀਆਂ ਦੇ ਨਾਲ ਤਾਂ ਬਾਦਸ਼ਾਹ ਇਉਂ ਵਿਹਾਰ ਕਰਦਾ ਸੀ ਜਿਵੇਂ ਸਾਡੇ ਕੈਦੀ ਨੇ। ਜਿਸ ਵੇਦ ਅਸੀਂ ਕਵਾਂਗੇ ਇਹਨਾਂ ਨੂੰ ਮੰਨਣਾ ਪਵੇਗਾ। ਮਹਾਰਾਜ ਕੀ ਵਡਿਆਈ ਨੂੰ ਜਾਣਦਾ ਨਹੀਂ ਹੈ, ਮਹਾਰਾਜ ਜੀ ਦੇ ਅੰਦਰ ਨੂੰ ਨਹੀਂ ਜਾਣਦਾ ਹੈ ਕਿ ਇਹ ਅੰਦਰੋਂ ਬੜੇ ਪਰਪੱਕ ਹਨ। ਨਾ ਜਾਣੈ ਕਿ ਪ੍ਰਭੂ ਦਲੇਰ, ਵੀ ਮਹਾਰਾਜ ਜੀ ਕੇ ਅੰਦਰ ਜਿਹੜੀ ਬਖਸ਼ਿਸ਼ ਹੈ ਉਹਦੇ ਤੋਂ ਅਣਜਾਣ ਹੈ। ਆਪਣੇ ਰਾਜ ਤੇਜ ਦੇ ਨਸ਼ੇ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਬੜੇ ਕਠੋਰ ਤਰੀਕੇ ਦੇ ਨਾਲ, ਕਰੜੇ ਵਿਵਹਾਰ ਦੇ ਨਾਲ, ਸਲੂਕ ਨਾਲ ਪੇਸ਼ ਆ ਰਿਹਾ ਹੈ ਜੀ। ਬਦਨ ਪ੍ਰਫੁੱਲਿਤ ਇਕ ਸਮਨਿਤ ਰਹੈ, ਜਥਾ ਪ੍ਰਭਾਤ ਖਿਰੈ ਅਰਬਿੰਦ। ਲੇਕਿਨ ਨਾਲ ਹੀ ਉੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਪ ਭਾਵੇਂ ਉਸ ਕਰੜੇ ਲੋਹੇ ਦੇ ਪਿੰਜਰੇ ਦੀ ਕੈਦ ਵਿੱਚ ਹਨ, ਫਿਰ ਵੀ ਮਹਾਰਾਜ ਜੀ ਕੇ ਚਿਹਰੇ ਦੇ ਉੱਪਰ ਇੱਕ ਨੂਰਾਨੀ ਦ੍ਰਿਸ਼ ਹੈ। ਮਹਾਰਾਜ ਜੀ ਕੇ ਚਿਹਰੇ ਦੇ ਉੱਪਰ ਇੱਕ ਪ੍ਰਫੁੱਲਤਾ ਹੈ, ਭੈ ਨਹੀਂ ਹੈ, ਸ਼ੋਕ ਨਹੀਂ ਹੈ, ਡਰ ਨਹੀਂ ਹੈ। ਬਦਨ ਪ੍ਰਫੁੱਲਿਤ ਇੱਕ ਸਮ ਨਿਤ ਰਹਿ। ਬਦਨ ਪ੍ਰਫੁੱਲਿਤ ਤੋਂ ਭਾਵ ਮਹਾਰਾਜ ਜੀ ਦਾ ਜੋ ਮੁਖ ਹੈ ਨਾ, ਉਹ ਫੁੱਲਵਤ ਖਿੜਿਆ ਰਹਿੰਦਾ। ਬਹੁਤ ਸੁੰਦਰ ਚਿਹਰਾ ਹੈ ਮਹਾਰਾਜ ਜੀ ਕੇ ਮੁਖ ਦੇ ਉੱਪਰ। ਕੋਈ ਡਰ ਦੀ ਸ਼ਿਕਨ ਨਹੀਂ ਹੈ ਵੀ ਜੇ ਬਾਦਸ਼ਾਹ ਨੇ ਸਾਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਸਾਨੂੰ ਡੰਡ ਦੇਵੇਗਾ, ਇਸ ਗੱਲ ਦਾ ਕੋਈ ਭੈ ਹੈ, ਐਸਾ ਬਿਲਕੁਲ ਵੀ ਨਹੀਂ ਹੈ। ਇੱਕ ਸਮ ਨਿਤ ਰਹਿ, ਹਰ ਵਕਤ ਇੱਕੋ ਹੀ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਪ੍ਰਭਾਤ ਜਥਾ ਪ੍ਰਭਾਤ ਥਿਰੈ ਅਰਵਿੰਦ। ਜਿਵੇਂ ਆਪਾਂ ਕਈ ਵਾਰ ਵੇਖਦੇ ਹਾਂ ਨਾ, ਜਦੋਂ ਸੂਰਜ ਚੜ੍ਹਦਾ ਦਿਨ ਦੇ ਵੇਲੇ ਤੇ ਉਸ ਵਕਤ ਉਹਦੇ ਉੱਪਰ ਇੱਕ ਵੱਖਰੇ ਕਿਸਮ ਦੀ ਲਾਲੀ ਹੁੰਦੀ ਹੈ। ਕਦੇ ਆਪ ਨੋਟ ਕਰਿਓ, ਜਦੋਂ ਪੰਸਾਰ ਹੁੰਦੀ ਹੈ ਨਾ ਦਿਨ ਵੇਲੇ, ਪ੍ਰਭਾਤ ਵੇਲੇ ਸੂਰਜ ਉੱਗਦਾ ਹੈ, ਉਦੋਂ ਉਹਦੇ ਉੱਪਰ ਇੱਕ ਵਿਸ਼ੇਸ਼ ਕਿਸਮ ਦੀ ਲਾਲੀ ਭਾ ਮਾਰਦੀ ਹੈ। ਤੇ ਉਹ ਸਾਡੀ ਧਰਤੀ ਦੇ ਉੱਪਰ ਜਦੋਂ ਕਿਤੇ ਉਹ ਆਪਣਾ ਪ੍ਰਕਾਸ਼ ਪਾਉਂਦਾ ਤੇ ਉਹ ਦ੍ਰਿਸ਼ ਬੜਾ ਮਨਮੋਹਕ ਹੁੰਦਾ, ਬਹੁਤ ਸਾਨੂੰ ਸਾਡੇ ਮਨ ਨੂੰ ਪ੍ਰਭਾਵਿਤ ਕਰਦਾ। ਇਸ ਵੇਲੇ ਹੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਮੁਖ ਦੇ ਉੱਪਰ ਵੀ ਇੱਕ ਨਾਮ ਦੀ ਬਖਸ਼ਿਸ਼ ਸਦਕਾ ਉਸ ਤੇਜਵਤ ਲਾਲੀ ਹੈ, ਜਿਹੜੀ ਦਰਸ਼ਨ ਕਰਨ ਵਾਲੇ ਹਰ ਮਨੁੱਖ ਨੂੰ ਪ੍ਰਭਾਵਿਤ ਕਰਦੀ ਹੈ ਕਿ ਮਹਾਰਾਜ ਪੂਰਨ ਅਜ਼ਮਤ ਯੁਤ ਅੰਦਰ ਦੀ ਸਥਿਰਤਾ ਦੇ ਨਾਲ ਇਸ ਕੈਦ ਵਿੱਚ, ਇਸ ਬਾਦਸ਼ਾਹ ਦੇ ਪਾਸ ਬੈਠੇ ਹਨ। ਪਠੈ ਨੁਰੰਗਾ ਕੁਮਤ ਮਲਾਨੇ, ਜੇ ਸਿਆਣੇ ਉਮਰਾਓ ਬਿਲੰਦ। ਉੱਥੇ ਨਾਲ ਹੀ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ, ਉਹ ਆਪਣੇ ਪਾਸ ਤੋਂ ਬਹੁਤ ਸਾਰੇ ਅਹਿਲਕਾਰ ਰੋਜ਼ਾਨਾ ਮਹਾਰਾਜ ਜੀ ਕੇ ਪਾਸ ਭੇਜਦਾ ਹੈ। ਕਿਹੜੇ ਕਿਹੜੇ ਆਏ ਨੇ? ਕੁਮਤ ਮੁਲਾਣੇ, ਮਾੜੀ ਮੱਤ ਵਾਲੇ ਮੁਲਾਣੇ। ਹੁਣ ਇਹ ਜਿਹੜਾ ਮੁੱਲਾ ਸ਼ਬਦ ਹੈ ਨਾ, ਇਹ ਕੋਈ ਆਮ ਸ਼ਬਦ ਨਹੀਂ ਹੈ। ਇਹ ਉਸ ਵਿਅਕਤੀ ਦੇ ਨਾਲ ਜੁੜਦਾ ਹੈ ਜਿਹਦੇ ਪਾਸ ਕੋਈ ਧਰਮ ਦੀ ਸਿੱਖਿਆ ਹੈ ਤੇ ਜਿਹੜਾ ਮਸੀਤ ਵਿੱਚ ਬਹਿ ਕਰਕੇ ਬਾਂਗ ਦਿੰਦਾ, ਧਰਮ ਸ਼ਾਸਤਰ, ਧਰਮ ਦਾ ਗ੍ਰੰਥ ਪੜ੍ਹ ਕੇ ਆਮ ਮਨੁੱਖਾਂ ਨੂੰ ਉਹਦੇ ਚੋਂ ਗਿਆਨ ਸੁਣਾਉਂਦਾ। ਲੇਕਿਨ ਜੇ ਮੁੱਲਾ ਹੀ ਮਲੀਨ ਹੋ ਜਾਵੇ,
ਬਾਦਸ਼ਾਹ ਦੇ ਭੈ ਵਿੱਚ ਆ ਕਰਕੇ ਧਰਮ ਦੀ ਗ੍ਰੰਥ ਨੂੰ ਪੜਨ ਵਾਲਾ ਤੇ ਉਹ ਕਿਸੇ ਨਾਲ ਜਾ ਕਰਕੇ ਕੋਈ ਜ਼ਾਤੀ ਕਰੇ, ਫਿਰ ਉੱਥੇ ਸ਼ਬਦ ਕੁਮਾਤੀ ਵਰਤਿਆ ਜਾਵੇਗਾ, ਕਿਉਂਕਿ ਉਹ ਮੁੱਲਾ ਥੋੜਾ ਹੀ ਨਾ। ਇਸ ਲਈ ਭਾਈ ਸਾਹਿਬ ਜੀਆਂ ਨੇ ਸ਼ਬਦ ਵਰਤੇ ਨੇ, ਪੱਠਾ ਨੁਰੰਗਾ, ਨੁਰੰਗਾ ਬਾਦਸ਼ਾਹ ਭੇਜਦਾ ਹੈ, ਕੁਮੱਤ ਮੁਲਾਣੇ, ਉਹ ਮੁਲਾਣੇ ਜਿਹੜੇ ਮੁਲਾਣੇ ਨਾਮ ਕਰਕੇ ਹਨ, ਧਰਮ ਕਰਕੇ ਨਹੀਂ ਹਨ। ਜੇ ਸਿਆਣੇ ਉਮਰਾਵ ਵਰਿੰਦ ਤੇ ਹੋਰ ਜਿਤਨੇ ਵੀ ਉਹਦੇ ਪਾਸ ਖਾਸ ਮੰਤਰੀ ਸੰਤਰੀ ਐਲਕਾਰ ਹਨ, ਜਿਹੜੇ ਉਸ ਦੀ ਸਭਾ ਅੰਦਰ ਬੈਠਦੇ ਹਨ, ਉਹਨਾਂ ਸਾਰਿਆਂ ਨੂੰ ਰੋਜ਼ਾਨਾ ਕਿਸੇ ਨਾ ਕਿਸੇ ਤਰੀਕੇ ਰਾਹੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਾਸ ਭੇਜਦਾ ਹੈ ਜੀ। ਕਰਾ ਮਾਤ ਕੁਛ ਕਰੋ ਦਿਖਾਵਨ, ਕਹਿ ਤਜ ਦਿਓ ਧਰਮ ਜੋ ਹਿੰਦੂ। ਤੇ ਉਹ ਜਿਤਨੇ ਵੀ ਮਹਾਰਾਜ ਜੀ ਕੇ ਪਾਸ ਆਉਂਦੇ ਹਨ, ਇਹ ਸਿੱਖ ਸੁਣਾ ਰਿਹਾ ਸ਼੍ਰੀ ਅਨੰਦਪੁਰ ਸਾਹਿਬ ਬੈਠ ਕਰਕੇ, ਜਿਤਨੇ ਵੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਪਾਸ ਆਉਂਦੇ ਹਨ, ਉਹ ਦੋ ਹੀ ਬਾਤਾਂ ਕਰਦੇ ਹਨ, ਜਾਂ ਤੇ ਸਾਡੇ ਬਾਦਸ਼ਾਹ ਨੂੰ ਕਰਾਮਾਤ ਦਿਖਾ ਕੇ ਪ੍ਰਭਾਵਿਤ ਕਰੋ, ਜਾਂ ਫਿਰ ਬਾਦਸ਼ਾਹ ਦੀ ਦੱਸੀ ਹੋਈ ਬਾਤ, ਬਾਦਸ਼ਾਹ ਦੀ ਕਹੀ ਹੋਈ ਗੱਲ ਆਪਣਾ ਧਰਮ ਤਬਦੀਲ ਕਰਕੇ, ਹਿੰਦੂ ਧਰਮ ਛੱਡ ਕੇ, ਆਪਣਾ ਸਿੱਖ ਮਤ ਛੱਡ ਕੇ, ਜਿਨ੍ਹਾਂ ਦੀ ਹਮਾਇਤ ਕਰ ਰਹੇ ਹੋ ਉਹਨਾਂ ਨੂੰ ਤਿਆਗ ਕਰਕੇ ਤੇ ਆਪ ਸਾਡੇ ਇਸਲਾਮੀ ਮਤ ਵਿੱਚ ਆ ਜਾਓ। ਇਸ ਵੇਦੋਂ ਪੇਸ਼ਕਸ਼ ਕਰਦੇ ਨੇ ਕਿ ਜਿਨ੍ਹਾਂ ਦੀ ਅਗਵਾਈ ਵਿੱਚ ਆਪ ਲੜ ਰਹੇ ਹੋ, ਕਿਉਂਕਿ ਮਹਾਰਾਜ ਹਿੰਦੂ ਤੇ ਨਹੀਂ ਨੇ, ਲੇਕਿਨ ਸਿੱਖ ਹੋ ਕਰਕੇ ਉਸ ਧਰਮ ਦੀ ਅਗਵਾਈ ਵਿੱਚ ਜ਼ਰੂਰ ਉਸ ਥਾਂ ਤੇ ਇਹ ਜੰਗ ਕਰ ਰਹੇ ਨੇ, ਯੁੱਧ ਹੋ ਰਿਹਾ। ਸੋ ਇਹ ਸਭ ਤਿਆਗ ਕਰਕੇ ਆਪ ਇਸਲਾਮੀ ਹੋ ਜਾਓ ਜੀ। ਸਰਬ ਸਿਰੋ ਮਨ ਸਰਾਜ ਆਵੋ, ਵਧੈ ਦੀਨ ਤੋ ਮਾਨੈ ਬ੍ਰਿੰਦ। ਸਰਬ ਸ਼੍ਰੋਮਣ ਭਾਵ ਸਭ ਤੋਂ ਸਰਬ ਸ੍ਰੇਸ਼ਟ ਸ਼੍ਰੋਮਣੀ ਸ਼ਰਾ, ਜੋ ਆਪਣੇ ਧਰਮ ਨੂੰ ਮਹਾਨ ਮੰਨਦੇ ਹਨ ਉਹ। ਸੋ ਇਹਦੇ ਵਿੱਚ ਆਵੋ, ਵਧੈ ਦੀਨ ਜੋ ਮਨੈ ਬ੍ਰਿੰਦ, ਭਾਵ ਇਸ ਵਿਦਨਾ ਸਾਡੇ ਇਸ ਧਰਮ ਦਾ ਪ੍ਰਚਾਰ ਕਰੋ। ਤੇ ਸੱਚਮੁੱਚ ਵੈਸੀ ਘਟਨਾ ਹੈ ਗੁਰਮੁਖੋ, ਜਿਵੇਂ ਪਿੱਛੇ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗੁਰਪੁਰਬ ਮਨਾਇਆ ਤੇ ਉੱਥੇ ਸਿੱਧਾ ਨੇ ਬਾਬਾ ਜੀ ਦੇ ਨਾਲ ਬਹੁਤ ਜ਼ੋਰ ਲਾਇਆ ਸੀ। ਜਿਸ ਵਕਤ ਤੋਂ ਵਾਰਤਾ ਅਸੀਂ ਪੜ੍ਹਦੇ ਹਾਂ ਨਾ, ਭਾਈ ਗੁਰਦਾਸ ਸਾਹਿਬ ਜੀ ਦੀ ਲਿਖੀ ਹੋਈ, ਉਹਨਾਂ ਨੇ ਵੀ ਐਸੀ ਬਾਤ ਕੀਤੀ ਸੀ। ਉਹ ਵਿਚਾਰਾਂ ਕਰਦੇ ਸਨ, ਐਸਾ ਜੋਗੀ ਕਲੀ ਮੈਂ ਹਮਰਾ ਪੰਥ ਕਰੈ ਉਜਿਆਲਾ। ਸਿੱਧ ਪੁੱਛਣ ਸੁਣ ਬਾਲਿਆ, ਬਈ ਇਹ ਬਾਬਾ ਜੀ ਦੇ ਨਾਲ ਵਿਚਾਰ ਕਰਦੇ ਸਨ ਵੀ ਤੁਸੀਂ ਸਾਡੇ ਪੰਥ ਵਿੱਚ ਆ ਜਾਓ, ਸਾਡੇ ਮਤ ਦਾ ਪ੍ਰਚਾਰ ਪ੍ਰਸਾਰ ਵੱਧ ਜਾਏਗਾ, ਸਿਖਰ ਤੇ ਜਾਏਗਾ। ਜੋ ਇਧਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹ ਕਹਿ ਰਹੇ ਨੇ ਵੀ ਸਾਡੇ ਇਸਲਾਮ ਨੂੰ ਧਾਰਨ ਕਰ ਲਓ, ਸ਼ਰ੍ਹਾ ਮੰਨ ਲਓ, ਤਾਂ ਜੋ ਅਸੀਂ ਆਪਣੇ ਧਰਮ ਦਾ ਪ੍ਰਚਾਰ ਤੁਹਾਡੀ ਸਹਾਇਤਾ ਦੇ ਨਾਲ ਸਮੁੱਚੇ ਦੇਸ਼ ਭਾਰਤ ਦੇ ਵਿੱਚ ਕਰ ਸਕੀਏ ਜੀ। ਦਿਵਜ ਕਸ਼ਮੀਰੀ ਆਦ ਜੇਤਿਕ ਜਗ ਤੁਮਰੇ ਦਿਸ ਦੇਖਤ ਸਭ ਕੋਏ। ਤੇ ਨਾਲ ਇਹ ਵੀ ਕਹਿ ਰਹੇ ਹਨ ਵੀ ਜਿਤਨੇ ਇਸ ਵਕਤ ਇਸ ਹਿੰਦੁਸਤਾਨ ਦੇ ਵਿੱਚ ਅਨਮਤ ਵਾਲੇ, ਸਨਾਤਨੀ ਮਤ ਵਾਲੇ, ਹਿੰਦੂ ਮਤ ਵਾਲੇ ਮਨੁੱਖ ਹਨ, ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਮੰਨੇ ਗਏ ਸਨ ਪੰਡਤ, ਕਸ਼ਮੀਰੀ ਪੰਡਤ, ਦਿਜ ਕਸ਼ਮੀਰੀ, ਜਿਹੜੇ ਉਹ ਕਸ਼ਮੀਰੀ ਜਿਹੜੇ ਫਰਿਆਦ ਲੈ ਕਰਕੇ ਮਹਾਰਾਜ ਜੀ ਕੇ ਪਾਸ ਆਏ ਸਨ, ਤੇ ਉਹ ਆਪਣੇ ਸਾਰੇ ਮਤ ਦੀ ਅਗਵਾਈ ਉਹ ਕਰ ਰਹੇ ਸਨ, ਸਨਾਤਨੀ ਮਤ ਦੀ ਅਗਵਾਈ ਉਹ ਕਰ ਰਹੇ ਸਨ। ਤੇ ਜਿਸ ਵਕਤ ਉਹਨਾਂ ਨੂੰ ਕੋਈ ਵਸੀਲਾ ਨਹੀਂ ਲੱਭਾ ਤੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਾਸ ਆਏ। ਸੋ ਦਿਜ ਕਸ਼ਮੀਰੀ ਆਦ ਜਿਤਿਕ ਜਗ, ਪਹਿਲੇ ਤੇ ਸ਼੍ਰੋਮਣੀ ਉਹ ਨੇ ਸਨਾਤਨੀ ਮਤ ਦੇ ਆਗੂ, ਉਸ ਤੋਂ ਬਾਅਦ ਫਿਰ ਸਾਰਾ ਸਨਾਤਨੀ ਮਤ, ਸਾਰਾ ਹਿੰਦੂ ਮਤ, ਜਿੱਥੇ ਜਿੱਥੇ ਵੀ ਕੋਈ ਹਿੰਦੁਸਤਾਨ ਵਿੱਚ ਹਿੰਦੂ ਬੈਠਾ ਹੈ, ਸੋ ਉਹ ਸਾਰੇ ਤੁਮਰੀ ਦਿਸ਼ ਦੇਖਤ ਸਭ ਕੋਈ। ਔਰੰਗਜ਼ੇਬ ਬਾਦਸ਼ਾਹ ਮਹਾਰਾਜ ਜੀ ਕੇ ਪਾਸ ਆਪਣੇ ਮੁਲਾਣਿਆਂ ਰਾਹੀਂ ਸੁਨੇਹਾ ਘੱਲਦਾ ਹੈ ਕਿ ਇਹ ਸਾਰੇ ਕੇਵਲ ਤੇ ਕੇਵਲ ਤੁਹਾਡੇ ਪਾਸੇ ਵੇਖ ਰਹੇ ਨੇ, ਤੇ ਜੇਕਰ ਤੁਸੀਂ ਇਸ ਮਤ ਵਿੱਚ ਆ ਜਾਂਦੇ ਹੋ, ਇਸਲਾਮ ਧਾਰਨ ਕਰ ਲੈਂਦੇ ਹੋ, ਤੇ ਕੁਦਰਤੀ ਤੌਰ ਤੇ ਸਾਰੇ ਦੇ ਸਾਰੇ ਇਸਲਾਮੀ ਹੋ ਜਾਣਗੇ। ਇਸ ਲਈ ਪ੍ਰਥਮ ਆਪ ਆਪਣਾ ਧਰਮ ਤਬਦੀਲ ਕਰੋ ਜੀ। ਫੇਰ ਨਾ ਫੇਰੈ ਕਿਸੂ ਦੇਸ ਮੈਂ, ਮਾਨੈ ਕਹਿਓ ਤੁਰਕ ਜਗ ਹੋਏ। ਫਿਰ ਜਿਸ ਵਕਤ ਆਪ ਸਾਡੀ ਬਾਤ ਮੰਨ ਲਓਗੇ ਤੇ ਇਹਨਾਂ ਆਮ ਮਨੁੱਖਾਂ ਪਾਸ ਫਿਰ ਇੰਨੀ ਤਾਕਤ ਨਹੀਂ ਵੀ ਸਾਡੀ ਬਾਤ ਨਾ ਮੰਨਣਗੇ। ਫੇਰ ਨਾ ਫੇਰਾਂ ਦਾ ਮਤਲਬ ਹੈ ਫਿਰ ਜੋ ਕੁਝ ਬਾਦਸ਼ਾਹ ਨੇ ਕਹਿ ਦਿੱਤਾ ਨਾ, ਇਹਨਾਂ 'ਚ ਕੋਈ ਨਾ ਨਹੀਂ ਕਰ ਸਕਦਾ, ਮਨਾ ਨਹੀਂ ਕਰ ਸਕਦਾ। ਇਹ ਤਾਂ ਕੇਵਲ ਹੁਣ ਇਸ ਗੱਲ ਤੇ ਅੜੇ ਹੋਏ ਹਨ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਮਨਾ ਲਓ, ਅਸੀਂ ਸਾਰੇ ਆਪਣੇ ਆਪ ਆਪਣਾ ਧਰਮ ਤਬਦੀਲ ਕਰ ਦੇਵਾਂਗੇ। ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਧਰਮ ਤਬਦੀਲ ਕਰ ਲੈਂਦੇ ਨੇ ਤੇ ਇਹਨਾਂ ਦੇ ਵਿੱਚ ਤਾਂ ਕੋਈ ਤਾਕਤ ਹੀ ਨਹੀਂ ਵੀ ਇਹ ਇਸ ਮਤ ਵਿੱਚ ਰਹਿ ਜਾਣ। ਇਸ ਲਈ ਬਾਦਸ਼ਾਹ ਵੱਲੋਂ ਇਹ ਵਾਰ-ਵਾਰ ਸੁਨੇਹੇ ਆ ਰਹੇ ਨੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੇਕਰ ਆਪ ਮੰਨਦੇ ਹੋ ਤੇ ਫਿਰ ਨਿਸ਼ਚੈ ਹੀ ਇਹ ਸਾਰੇ ਇਸ ਧਰਮ ਦੇ ਅੰਦਰ ਬਹੁਤ ਜਲਦੀ ਅਸੀਂ ਲੈ ਆਵਾਂਗੇ ਜੀ। ਇਮ ਚਿਤ ਚੈਤਨਾ ਜੇ ਅਤ ਰੁਚ ਕਰ, ਅਜਮਤ ਕਰੋ ਸਾਕੈ ਜੋਏ। ਇਹ ਜੇਕਰ ਆਪ ਇਸ ਮਤ ਵਿੱਚ ਨਹੀਂ ਆਉਣਾ ਚਾਹੁੰਦੇ
ਫਿਰ ਬਾਦਸ਼ਾਹ ਵੱਲੋਂ ਇਹ ਹੁਕਮ ਹੈ ਵੀ ਇੱਥੇ ਸਾਰਿਆਂ ਦੇ ਸਨਮੁਖ ਹੋ ਕਰਕੇ ਸਾਨੂੰ ਕੋਈ ਕਰਾਮਾਤ ਦਿਖਾਓ ਜੀ। RAM ਰਾਏ ਬੋ ਕਰੀ ਅਦਕ ਹੀ ਜਿਮ ਪਾਖੀ ਦਿਖਰਾਵਤ ਸੋਏ। ਤੇ ਨਾਲ ਇਹ ਉਦਾਹਰਨ ਵੀ ਦਿੰਦੇ ਹਨ ਕਿ ਤੁਹਾਡੇ ਪਰਿਵਾਰਾਂ ਅੰਦਰੋਂ ਹੀ ਤੁਹਾਡੇ ਸੁਪੁੱਤਰ ਕਹਿ ਲਈਏ, ਪੋਤਰੇ ਕਹਿ ਲਈਏ, RAM ਰਾਏ, ਜਿਨ੍ਹਾਂ ਨੇ ਸਾਡੇ ਪਾਸ ਆ ਕਰਕੇ ਪਹਿਲੇ ਬਹੁਤ ਕਰਾਮਾਤਾਂ ਦਿਖਾਈਆਂ ਹਨ ਤੇ ਦਿਖਾਈਆਂ ਵੀ ਉਸ ਢੰਗ ਨਾਲ ਹਨ ਜਿਸ ਬਿਧ ਜਿਮ ਪਾਖੀ ਦਿਖਰਾਵਤ ਸੋਏ। ਜਿਵੇਂ ਬਾਦਸ਼ਾਹ ਕਹਿੰਦਾ ਸੀ ਉਸੇ ਬਿਧ ਦਿਖਾਉਂਦੇ ਸਨ। ਇਹਦਾ ਮਤਲਬ ਨਿਸ਼ਚੇ ਹੀ ਆਪ ਜੀ ਦੇ ਪਾਸ ਕਰਾਮਾਤ ਹੈ ਤੇ ਜਿਵੇਂ RAM ਰਾਏ ਨੇ ਕਰਾਮਾਤ ਦਿਖਾਈ ਹੈ ਉਸੇ ਵਿਧ ਹੀ ਆਪ ਵੀ ਇੱਥੇ ਸਭ ਦੇ ਸਾਹਮਣੇ, ਸਾਰੀ ਇਸਲਾਮੀ ਸਭਾ ਦੇ ਸਾਹਮਣੇ ਆਪਣੀ ਕਰਾਮਾਤ ਪ੍ਰਗਟ ਕਰੋ। ਦਰਬ ਬ੍ਰਿੰਦ ਹਜਰਤਨ ਦੀਨਸ ਬੜ ਮਰਤਬਾ ਪਾਇਓ ਤਾਹੇ। ਤੇ ਨਾਲੇ ਲਾਲਚ ਵੀ ਦੇ ਰਹੇ ਹਨ। ਮਹਾਰਾਜ ਗੁਰੂ ਗੋਬਿੰਦ ਸਿੰਘ ਨੂੰ ਦੱਸ ਰਹੇ ਨੇ ਇਹ ਆਏ ਹੋਏ ਸਿੱਖ ਕਿ ਮਹਾਰਾਜ ਉਹ ਲਾਲਚ ਵੀ ਬਹੁਤ ਵੱਡੇ ਦੇ ਰਹੇ ਨੇ। ਆਪ ਜੀਆਂ ਦੇ ਪਿਤਾ ਗੁਰਦੇਵ ਜੀਆਂ ਨੂੰ ਇਹ ਕਹਿ ਰਹੇ ਹਨ ਕਿ ਜਿਵੇਂ ਬਾਦਸ਼ਾਹ ਨੇ RAM ਰਾਏ ਤੋਂ ਕਰਾਮਾਤ ਵੇਖੀ ਤੇ ਫਿਰ ਬਹੁਤ ਸਾਰਾ ਧਨ ਬਾਦਸ਼ਾਹ ਨੇ ਦਿੱਤਾ, ਨਾਲ ਵੱਡਾ ਮਰਤਬਾ, ਵੱਡੇ ਇਲਾਕੇ ਉਸ ਨੂੰ ਪ੍ਰਸੰਨ ਹੋ ਕਰਕੇ ਦਿੱਤੇ ਹਨ। ਜਿਤ ਕਿਤ ਤੇ ਸਭ ਸੰਗਤ ਹੋਈ ਵਧਿਓ ਸਮਾਜ ਸੁਜਸ ਜਗ ਮਾਹੇ। ਤੇ ਹੁਣ ਦੇਖੋ RAM ਰਾਏ ਨੇ ਕਿਤਨੇ ਵੱਡੇ ਸਥਾਨ ਬਣਾ ਲਏ ਹਨ, ਕਿਤਨੀ ਸੰਗਤ RAM ਰਾਏ ਨੂੰ ਗੁਰੂ ਮੰਨਦੀ ਹੈ ਤੇ ਕਿਸ ਵਿਧ ਉਹਦਾ ਨਾਮ ਹੈ ਜੀ। ਬਸੋ ਸਾ ਕੇ ਦੇਸਨ ਮੈਂ ਤੁਮ ਪੁਜਵਾਹੋ ਜਿਤ ਦਿਸ ਚਲ ਜਾਹੇ। ਇਸੇ ਤਰ੍ਹਾਂ RAM ਰਾਏ ਵਾਤੀ ਆਪ ਵੀ ਬਾਦਸ਼ਾਹ ਦੇ ਨਾਲ ਸੁਮੇਲ ਕਰੋ, ਬਾਦਸ਼ਾਹ ਨਾਲ ਹੱਥ ਮਿਲਾਓ ਤੇ ਫਿਰ ਬਾਦਸ਼ਾਹ ਤੁਹਾਨੂੰ ਵੀ ਕੋਈ ਨਾ ਕੋਈ ਇਜ਼ਾਫਤ ਜਿਹੜੀ ਹੈ, ਕੋਈ ਇਲਾਕਾ ਦੇ ਦੇਵੇਗਾ, ਗੁਰੂ ਬਣ ਕੇ ਬੈਠ ਜਾਣਾ। ਤੇ ਅਕਸਰ ਬਾਦਸ਼ਾਹ ਲੋਕ ਐਸਾ ਹੀ ਕਰਦੇ ਨੇ ਜਿਹੜੇ ਧਰਮ ਗੁਰੂ ਹੁੰਦੇ ਨੇ, ਖਾਸ ਕਰਕੇ ਜਿਹੜੇ ਕੱਚੇ ਗੁਰੂ ਬਣੇ ਹੁੰਦੇ ਨੇ ਉਹਨਾਂ ਨੂੰ ਤਾਂ ਬਾਦਸ਼ਾਹ ਬੜੀ ਜਲਦੀ ਆਪਣੇ ਕੰਟਰੋਲ ਵਿੱਚ ਲੈ ਲੈਂਦੇ ਨੇ। ਆਪਾਂ ਹੁਣ ਵੀ ਵੇਖਦੇ ਹਾਂ, ਇਹਦੇ 'ਚ ਕੋਈ ਦੁਰਾਮਾ। ਕੋਈ ਪੂਰਾ ਗੁਰੂ ਹੋਵੇ ਉਹ ਤੇ ਬੇਸ਼ੱਕ ਸ਼ਹਾਦਤ ਦੇ ਸਕਦੇ ਨੇ, ਪੂਰਾ ਗੁਰੂ ਤੇ ਬਾਦਸ਼ਾਹ ਨੂੰ ਝੁਕਾਉਣ ਦੀ ਸਮਰੱਥਾ ਰੱਖਦਾ। ਆਮ ਜਿਹੜੇ ਡੇਹਧਾਰੀ ਗੁਰੂਡਮ ਹੁੰਦੇ ਨੇ ਬਾਦਸ਼ਾਹ ਲੋਕ ਇੱਦਾਂ ਹੀ ਇਹਨਾਂ ਨੂੰ ਪੇਸ਼ਕਸ਼ ਕਰਕੇ ਤੇ ਫਿਰ ਵਰਤਣਾ ਸ਼ੁਰੂ ਕਰ ਦਿੰਦੇ ਨੇ। ਸੋ ਜਿਵੇਂ RAM ਰਾਏ ਗੁਰੂ ਬਣਿਆ ਹੈ, ਆਪ ਜੀਆਂ ਨੂੰ ਵੀ ਪਿੰਡ ਦਿੱਤੇ ਜਾਣਗੇ, ਆਪ ਜੀਆਂ ਨੂੰ ਸਥਾਨ, ਆਪ ਜੀਆਂ ਨੂੰ ਧਨ, ਆਪ ਜੀਆਂ ਨੂੰ ਸਾਰੀ ਸਹੂਲਤ ਦਿੱਤੀ ਜਾਵੇਗੀ। ਬਸ ਬਾਦਸ਼ਾਹ ਨੂੰ ਕਰਾਮਾਤ ਦਿਖਾ ਕੇ ਤੇ ਉਹਨਾਂ ਤੋਂ ਇਹ ਸਭ ਪ੍ਰਾਪਤ ਕਰੋ ਜੀ। ਕਯੋ ਕਰ ਕਹੋ ਨ ਮਾਨੈ ਤਿਸ ਕੋ ਦਿਓ ਅਜਮਤ ਨ ਕੀਜੈ ਨਾਹੇ। ਤੇ ਆਏ ਹੋਏ ਮੁਲਾਣੇ ਰੋਜ਼ਾਨਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਸਤਿਗੁਰੂ ਪੁੱਛਦੇ ਹਨ। ਇਹ ਗੱਲ ਦੱਸ ਰਹੇ ਨੇ ਨਾ ਸਿੱਖ, ਆਏ ਹੋਏ ਸਿੱਖ, ਕਿ ਮਹਾਰਾਜ ਰੋਜ਼ ਪੁੱਛਦੇ ਹਨ ਵੀ ਕਿਉਂ ਨਹੀਂ ਮੰਨਦੇ ਆ ਬਾਦਸ਼ਾਹ ਦੀ ਬਾਤ, ਕੀ ਕਾਰਨ ਹੈ, ਕਿਸ ਕਰਕੇ ਇੰਨੀ ਪੇਸ਼ਕਸ਼ ਆਪ ਉਹਨਾਂ ਦੀ ਠੁਕਰਾ ਦਿੰਦੇ ਹੋ ਤੇ ਕਹਿੰਦੇ ਹੋ ਵੀ ਸਾਨੂੰ ਸ਼ਹਾਦਤ ਪ੍ਰਵਾਨ ਹੈ। ਗੁਰੂ ਕਹੋ ਮੂਰਖ ਚੌਗਤਾ ਦੁਸ਼ਟ ਕੁਪਤਾ ਮਤ ਮੰਦ। ਗੁਰੂ ਕਹੋ ਭਾਵੇਂ ਇਸ ਵਿਧ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਨਾ ਰੋਜ਼ ਉਹ ਧੱਕਾ ਕਰ ਰਿਹਾ। ਮੂਰਖ ਬਾਦਸ਼ਾਹ ਹੈ, ਚਵਗੱਤਾ, ਉਸ ਨੂੰ ਪਤਾ ਹੀ ਨਹੀਂ ਹੈ ਵੀ ਮੈਂ ਕਿੱਦਾਂ ਵਰਤਣਾ ਹੈ, ਕਿਸ ਵਿਧ ਮਹਾਰਾਜ ਜੀ ਕੇ ਸੰਗ ਪੇਸ਼ ਆਉਣਾ ਹੈ ਜੀ। ਦੁਰਮਤ ਰਤਾ ਹੋਏ ਬਿਨ ਸਤਾ ਹੁਤਾ ਤੁਰਕਨ ਤੇਜ ਬਿਲੰਦ। ਦੁਰਮਤ ਰਤਾ ਭਾਵ ਮਾੜੀ ਮੱਤ ਵਿੱਚ ਗਰਕਿਆ ਹੋਇਆ ਬਾਦਸ਼ਾਹ ਹੈ। ਉਸ ਨੂੰ ਪਤਾ ਨਹੀਂ ਹੈ ਵੀ ਧਰਮ ਦਾ ਪ੍ਰਚਾਰ ਅਸਲ ਵਿੱਚ ਇੱਕ ਬਾਦਸ਼ਾਹ ਕਿੱਦਾਂ ਕਰ ਸਕਦਾ, ਧਰਮ ਨੂੰ ਕਿੱਦਾਂ ਵਧਾ ਸਕਦਾ, ਪ੍ਰਜਾ ਨੂੰ ਆਪਣੇ ਕਲਾਵੇ ਵਿੱਚ ਕਿੱਦਾਂ ਲੈ ਸਕਦਾ ਹੈ। ਇਹ ਬਾਦਸ਼ਾਹ ਜੇ ਕਿਤੇ ਆਪਣੇ ਰਾਜ ਤਖਤ ਤੇ ਬੈਠ ਕਰਕੇ ਪ੍ਰਜਾ ਦੀ ਹਰ ਲੋੜ ਪੂਰੀ ਕਰੇ ਤੇ ਫਿਰ ਉਹਦੇ ਅੱਗੇ ਆਪਣੀ ਪੇਸ਼ਕਸ਼ ਰੱਖੇ ਤੇ ਅਸੀਂ ਕਹਿ ਸਕਦੇ ਹਾਂ ਵੀ ਬਹੁਤ ਸਾਰੇ ਐਸੇ ਨੇ ਬਾਦਸ਼ਾਹ ਦੀ ਸਿਫਤ ਸਲਾਹ ਕਰਕੇ ਉਹਦੇ ਅਨੁਸਾਰੀ ਹੋ ਜਾਣਗੇ। ਪਰੰਤੂ ਜੇਕਰ ਬਾਦਸ਼ਾਹ ਕਿਸੇ ਦੇ ਸੀਸ ਤੇ ਤਲਵਾਰ ਰੱਖ ਕੇ ਕਵੇ ਵੀ ਆਪਣਾ ਧਰਮ ਤਬਦੀਲ ਕਰੋ, ਫਿਰ ਬਗਾਵਤ ਹੀ ਹੋਵੇਗੀ, ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਹੁੰਦਾ। ਇਸ ਲਈ ਬਾਦਸ਼ਾਹ ਦੁਰਮਤ ਵਿੱਚ ਰਤਿਆ ਹੋਇਆ ਹੈ, ਮਾੜੀ ਮੱਤ ਦਾ ਧਾਰਨੀ ਹੈ। ਫਿਰ ਇਹਦੇ ਜਿਤਨੇ ਵੀ ਸੰਗੀ ਹਨ ਉਹ ਸਭ ਮਾੜੀ ਮੱਤ ਦੇ ਅਨੁਸਾਰ ਇਸ ਨੂੰ ਰਾਏ ਦਿੰਦੇ ਹਨ। ਚਖ ਮਾਰਤ ਤਤਾ ਹੋਏ ਕਰਮਤਾ ਬਨੈ ਉਵਤਾ ਕਤਾ ਦੁੰਦ। ਚੱਖ ਮਾਰ ਰਿਹਾ ਹੈ ਬਾਦਸ਼ਾਹ, ਰੋਜ਼ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਓ ਕੇ ਸੰਗ ਧੱਕਾ ਕਰ ਰਿਹਾ ਹੈ, ਲੇਕਿਨ ਮਹਾਰਾਜ ਜਿਸ ਵਿਧ ਅਡੋਲ ਬੈਠੇ ਹਨ ਇਸ ਦਾ ਇਹ ਕਾਰਜ ਕਤਈ ਪੂਰਾ ਹੋਣ ਵਾਲਾ ਨਹੀਂ ਹੈ ਜੀ। ਗੁਰ ਬਰ ਦਿੱਤਾ ਬਾਬਰ ਲਿੱਤਾ ਇਵ ਖੋਵੈ ਤਿਸ ਨਤਾਨੰਦ। ਗੁਰ ਬਰ ਦਿੱਤਾ ਭਾਵ ਇਹ ਜਿਹੜਾ ਰਾਜ ਤੇਜ ਜੋ ਤਖਤ ਇਸ ਨੂੰ ਮਿਲਿਆ ਹੈ ਨਾ, ਜਿਹੜੀ ਵਡਿਆਈ ਇਸ ਵਕਤ ਇਹਨਾਂ ਬਾਦਸ਼ਾਹਾਂ ਦੇ ਪਾਸ ਹੈ, ਇਸਲਾਮੀਆਂ ਦੇ ਪਾਸ ਹੈ, ਇਹ ਵੀ ਮਾਨੋ ਬਾਬਰ ਦੇ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੇ ਮੁਖ ਤੋਂ ਹੀ ਅਸੀਸ ਮਿਲੀ ਹੋਈ ਹੈ। ਲੇਕਿਨ ਹੁਣ ਇਉਂ ਲੱਗ ਰਿਹਾ ਹੈ
ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਗੁਰਤਾ ਗੱਦੀ ਤੇ ਬੈਠੇ 9ਵੇਂ ਸਤਿਗੁਰੂ ਜੀਆਂ ਦੇ ਨਾਲ ਹੁਜਤ ਕਰਕੇ ਇਹਨਾਂ ਨੇ ਇਹ ਆਪਣਾ ਸਾਰਾ ਰਾਜ ਤੇਜ ਤਖਤ ਇਹ ਸਭ ਕੁਝ ਨਾਸ ਕਰ ਲੈਣਾ ਹੈ। ਕਰਾਮਾਤ ਕੋ ਕਹਿ ਕਹਿਰ ਜਨ ਦਰਵੇਸਨ ਕੋ ਐਸ ਨ ਕਾਜ। ਤੇ ਨਾਲ ਜਿਵੇਂ ਇਹ ਵਾਰ-ਵਾਰ ਕਹਿ ਰਹੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਵੀ ਸਾਨੂੰ ਕਰਾਮਾਤ ਦਿਖਾਓ, ਹੁਣ ਦਰਵੇਸ਼ ਦੇ ਅੱਗੇ ਖੜੇ ਹੋ ਕਰਕੇ ਕਹਿਣਾ ਵੀ ਸਾਨੂੰ ਕਰਾਮਾਤ ਦਿਖਾਓ, ਇਹ ਸੱਚਮੁੱਚ ਇੱਕ ਬਹੁਤ ਵੱਡੀ ਭੁੱਲ ਹੁੰਦੀ ਹੈ ਮਨੁੱਖ ਲਈ। ਇੱਕ ਦਰਵੇਸ਼ ਨੂੰ ਕਹਿਣਾ, ਵੇਖੋ ਸਾਡੇ ਇਤਿਹਾਸ ਵਿੱਚ ਜ਼ਿਕਰ ਹੈ, ਖਾਸ ਕਰ ਪੁਰਾਣਿਕ ਹਵਾਲੇ ਜਦੋਂ ਪੜ੍ਹਦੇ ਹਾਂ, ਗੁਰਬਾਣੀ ਵਿੱਚ ਵੀ ਭਗਤ ਨਾਮਦੇਵ ਜੀ ਹੋਰਾਂ ਨੇ ਸ਼ਬਦ ਲਿਖਿਆ, ਦੁਰਭਾਸ਼ਾ ਇੱਕ ਰਿਸ਼ੀ ਹੋਇਆ। ਦੁਰਭਾਸ਼ਾ ਉਹਦੇ ਪਾਸ ਵਾਕ ਦੀ ਬੜੀ ਸਿੱਧੀ ਸੀ, ਤਪ ਕਰਕੇ ਨਾ ਉਹਨੇ ਬੋਲਾਂ ਦੀ ਸਿੱਧੀ ਪ੍ਰਾਪਤ ਕਰ ਲਈ ਸੀ। ਜੋ ਕੁਝ ਬੋਲ ਦਿੰਦਾ ਸੀ ਨਾ ਉਹ ਸੱਤ ਹੋ ਜਾਂਦਾ ਸੀ, ਕਦੇ ਵੀ ਉਹ ਗੱਲ ਝੁਠਲਾਉਂਦੀ ਨਹੀਂ ਸੀ। ਜੋ ਬਚਨ ਉਹਦੇ ਮੂੰਹ ਤੋਂ ਹੋ ਗਿਆ, ਇਹਨੂੰ ਕਹਿੰਦੇ ਨੇ ਵਾਕ ਸਿੱਧੀ ਹੋਣੀ, ਕਰਾਮਾਤ ਹੁੰਦੀ ਹੈ ਵੀ। ਮੰਤਰ ਪੜ੍ਹਨ ਵਾਲੇ, ਸਾਧਨਾ ਕਰਨ ਵਾਲੇ, ਤਪ ਕਰਨ ਵਾਲੇ ਇੱਥੋਂ ਤੱਕ ਅਕਸਰ ਆਮ ਹੀ ਪਹੁੰਚ ਜਾਂਦੇ ਨੇ, ਵਾਕ ਸਿੱਧੀ ਪ੍ਰਾਪਤ ਕਰ ਲੈਂਦੇ ਨੇ। ਲੇਕਿਨ ਵਾਕ ਸਿੱਧੀ ਦੇ ਨਾਲ ਅੰਦਰ ਦਾ ਸੰਜਮ ਹੋਣਾ ਵੀ ਬੜਾ ਜ਼ਰੂਰੀ ਹੈ, ਨਹੀਂ ਤਾਂ ਕਿਤੇ ਵਾਕ ਫੁਰ ਗਿਆ, ਉਹਦੇ ਨਾਲ ਕੀ ਹੁੰਦਾ ਹੈ ਵੀ ਜਿਹਦੇ ਲਈ ਵਚਨ ਹੋ ਗਿਆ ਉਹਦਾ ਜਾ ਤੇ ਸਭ ਕੁਝ ਖਤਮ ਹੋ ਜਾਂਦਾ, ਤੇ ਜਾ ਵਾਕ ਦੇ ਨਾਲ ਬਹੁਤ ਕੁਝ ਉਹਨੂੰ ਪ੍ਰਾਪਤ ਹੋ ਜਾਂਦਾ। ਇਹਨੂੰ ਅਸੀਂ ਕਹਿੰਦੇ ਹਾਂ ਵਰ ਜਾਂ ਸਰਾਪ। ਜੇ ਤੇ ਕੋਈ ਸ਼ੁਭ ਵਾਕ ਉਹਦੇ ਮੁਖ ਤੋਂ ਨਿਕਲ ਗਿਆ ਤੇ ਵਰ ਮਿਲ ਗਿਆ, ਜੇ ਕੋਈ ਅਸ਼ੁਭ ਬਚਨ ਕਿਤੇ ਖੁਦਾ ਨੇ ਤੇ ਨਿਕਲ ਆਇਆ ਤੇ ਉਹ ਸ਼ਰਾਪ ਬਣ ਜਾਂਦਾ। ਕਈ ਵਾਰ ਉਹ ਸਭ ਕੁਝ ਖਤਮ ਵੀ ਕਰ ਦਿੰਦਾ। ਦੁਰਭਾਸ਼ਾ ਬਹੁਤ ਵੱਡਾ ਰਿਸ਼ੀ ਹੋਇਆ। ਹੁਣ ਦੁਰਭਾਸ਼ਾ ਦੇ ਨਾਲ ਠਗੌਰੀ ਕਰ ਲਈ ਯਾਦਵਾਨ, ਵਾਰ-ਵਾਰ ਉਹਦੇ ਸਨਮੁਖ ਖੜੇ ਹੋ ਕੇ ਕਹਿੰਦੇ ਵੀ ਵੇਖੋ ਤੁਹਾਡੀ ਅਜ਼ਮਤ, ਤੁਹਾਡੀ ਕਰਾਮਾਤ ਦਿਖਾਓ, ਵੀ ਇਸ ਕੁੱਲ ਵਿੱਚੋਂ ਕੀ ਪੈਦਾ ਹੋਣਾ ਹੈ। ਹਾਲਾਂਕਿ ਉਹ ਇੱਕ ਰਚਿਆ ਹੋਇਆ ਟਕਵੰਜ ਸੀ, ਉਹ ਉੱਥੇ ਕੋਈ ਐਸਾ ਮਾਹੌਲ ਨਹੀਂ ਸੀ ਵੀ ਕਿਸੇ ਬੱਚੇ ਦੀ ਕਿਸੇ ਦੀ ਆਮਦ ਹੋਣੀ ਹੈ। ਦੁਰਭਾਸ਼ਾ ਨੇ ਆਪਣੇ ਮੁਖ ਤੋਂ ਉੱਥੇ ਵਾਕ ਕਰ ਦਿੱਤਾ, ਬੋਲ ਕਰ ਦਿੱਤਾ ਵੀ ਉਹ ਪੈਦਾ ਹੋਏਗਾ ਜੋ ਤੁਹਾਡੀ ਸਾਰੀ ਕੁੱਲ ਦਾ ਨਾਸ ਕਰ ਦੇਗਾ। ਕਰਾਮਾਤ ਹੋ ਗਈ, ਯਾਦਵਾਂ ਦੀ ਸਾਰੀ ਕੁੱਲ ਦਾ ਨਾਸ ਉਹਨਾਂ ਨੇ ਇੱਕ ਵਾਕ ਨਾਲ ਕਰਵਾ ਲਿਆ। ਬਾਣੀ ਵਿੱਚ ਬਚਨ ਲਿਖਿਆ, ਦੁਰਭਾਸ਼ਾ ਸਿਓ ਕਰ ਠਗਿਓਰੀ ਜਾਦਵ ਇਹ ਫਲ ਪਾਏ। ਇੱਕ ਵਾਕ। ਹੁਣ ਇੱਕ ਦਰਵੇਸ਼ ਦੇ ਸਨਮੁਖ ਖੜੇ ਹੋ ਕਰ ਕਿਆ ਮਨੁੱਖ ਉਹਦੇ ਨਾਲ ਧੱਕਾ ਕਰੇ, ਖਾਸ ਕਰਕੇ ਹੁਕਮਰਾਨ ਜ਼ਬਰਦਸਤੀ ਕਰੇ ਵੀ ਮੈਨੂੰ ਕਰਾਮਾਤ ਦਿਖਾ। ਤੇ ਜੇ ਕਿਤੇ ਦਰਵੇਸ਼ ਨੇ ਆਪਣੇ ਮੁਖ ਤੋਂ ਕੋਈ ਦੋ ਬੋਲ ਦਿੱਤੇ ਤੇ ਚਲੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਜਿਨ੍ਹਾਂ ਦਾ ਅੰਦਰ ਹੀ ਬੜੇ ਧੀਰਜ ਵਾਲਾ, ਅਸੀਂ ਕਹਿ ਸਕਦੇ ਹਾਂ ਮਹਾਰਾਜ ਜੀ ਕੀ ਬਾਣੀ ਵੀ ਪੜ੍ਹਦੇ ਹਾਂ, ਮਹਾਰਾਜ ਸਾਨੂੰ ਬਹੁਤ ਸੰਜਮ ਸਿਖਾਉਂਦੇ ਨੇ। ਗੁਰਬਾਣੀ ਵਿੱਚ ਤੇ ਅਤ ਸੰਜਮ ਮਨੁੱਖ ਨੂੰ ਸਿਖਾਇਆ ਗਿਆ ਕਿ ਜਿੰਨੀ ਮਰਜ਼ੀ ਕੋਈ ਹੁਜਤ ਕਰੇ, ਸਿੱਖ ਨੇ ਗੁਰੂਵਤ ਸੰਜਮ ਵਿੱਚ ਹੀ ਟਿਕੇ ਰਹਿਣਾ, ਸੰਜਮ ਨਹੀਂ ਗਵਾਉਣਾ। ਬੇਸ਼ੱਕ ਸੀਸ ਕੁਰਬਾਨ ਕਰਨਾ ਪੈ ਜਾਵੇ, ਅੰਦਰ ਦਾ ਸੰਜਮ ਨਹੀਂ ਗਵਾਚਣਾ ਚਾਹੀਦਾ। ਵਰਨਾ ਜਿਸ ਅਵਸਥਾ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੈਠੇ ਨੇ, ਜਿੰਨੀ ਕੁ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਅੰਦਰ ਦੀ ਬੰਦਗੀ ਹੈ, ਜਿੰਨਾ ਵੱਡਾ ਉਹਨਾਂ ਦਾ ਤਪ ਹੈ, ਜਿੰਨੀ ਵੱਡੀ ਬਖਸ਼ਿਸ਼ ਜਿਹੜੀ ਗੁਰਤਾ ਗੱਦੀਪੁਰ ਗੁਰਦੇਵ ਵਿਰਾਜਮਾਨ ਨੇ, ਜੇਕਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮੁਖ ਤੋਂ ਕਿਤੇ ਕੋਈ ਇੱਕ ਵੀ ਵਾਕ ਇਸ ਬਾਦਸ਼ਾਹ ਦੇ ਲਈ ਉਚਾਰਨ ਕਰ ਦਿੰਦੇ ਤੇ ਇਹ ਸਾਰੇ ਦਾ ਸਾਰਾ ਬਾਦਸ਼ਾਹ ਦਾ ਸਰਵਨਾਸ਼ ਉੱਥੇ ਹੀ ਹੋ ਜਾਣਾ ਸੀ। ਇੰਨਾ ਵੱਡਾ ਤਪ ਹੈ। ਤੇ ਉਸ ਮਹਾਨ ਦਰਵੇਸ਼ ਦੇ ਸਨਮੁਖ ਖੜੇ ਹੋ ਕਰਕੇ ਵਾਰ-ਵਾਰ ਇਹ ਹੁਜਤ ਕਰਨੀ ਵੀ ਸਾਨੂੰ ਕਰਾਮਾਤ ਦਿਖਾਓ। ਸੱਚ ਜਾਣੋ, ਜੇ ਕੋਈ ਹੋਰ ਹੁੰਦਾ ਨਾ ਤੇ ਉਹਨੇ ਐਸੀ ਕਰਾਮਾਤ ਦਿਖਾਉਣੀ ਸੀ ਕਿ ਸਾਰੀ ਕੋਲੀ ਨਾਸ ਕਰਕੇ ਰੱਖ ਦੇਣੀ ਸੀ। ਤੇ ਮਹਾਰਾਜ ਦਾ ਸੰਜਮ ਸੀ ਜੋ ਇਹਨਾਂ ਦੀਆਂ ਪੀੜ੍ਹੀਆਂ ਬਚ ਗਈਆਂ। ਦਰਵੇਸ਼ਾਂ ਦੇ ਨਾਲ ਐਸੀ ਹੁਜਤ ਕਰਨੀ ਤੇ ਵਾਰ-ਵਾਰ ਕਹਿਣਾ ਕਿ ਇਹ ਸਾਨੂੰ ਕਰਾਮਾਤ ਦਿਖਾਓ, ਸਾਨੂੰ ਕਰਾਮਾਤ ਦਿਖਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਸਹਿਜ ਵਿੱਚ ਟਿਕੇ ਹੋਏ ਹਨ, ਲੇਕਿਨ ਵਾਰ-ਵਾਰ ਇਹ ਹੁਜਤ ਆਪਣੀ ਮਾੜੀ ਮੱਤ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋ ਕਰਾਮਾਤ ਕਰਨ ਦੇ ਲਈ ਪ੍ਰੇਰਦੇ ਹਨ ਜੀ। ਨਾਟਕ ਚੇਟਕ ਕਰ ਦਿਖਰਾਵਨ ਪ੍ਰਭ ਲੋਕਨ ਕੈ ਆਵਤ ਲਾਜ। ਨਾਟਕ ਚੇਟਕ ਭਾਵ ਜਿਹੜੇ ਦਰਵੇਸ਼ ਨੇ ਨਾ, ਜਿਹੜੇ ਸੱਚਮੁੱਚ ਸਿੱਧੀ ਵਿੱਚ ਪੁੱਜੇ ਹੋਏ ਨੇ, ਜਿਹੜੇ ਅੰਤਰਾਤਮੇ ਦੀ ਐਨ ਸਿਖਰ ਦੀ ਅਵਸਥਾ ਤੇ ਜੀ ਰਹੇ ਨੇ, ਉਹਨਾਂ ਲਈ ਇਹ ਕਰਾਮਾਤ ਇੱਕ ਨਾਟਕ ਹੀ ਹੈ। ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ, ਨਾਟਕ ਚੇਟਕ ਕਰਤ ਕਾਜਾ ਪ੍ਰਭ ਲੋਗਨ ਕੈ ਆਵਤ ਲਾਜਾ। ਜਦੋਂ ਅਸੀਂ ਆ ਸਵਈਏ ਪੜ੍ਹਦੇ ਹਾਂ ਨਾ ਮਹਾਰਾਜ ਜੀ ਕੀ ਬਾਣੀ ਦੇ ਇਹ ਬਚਨ ਪੜ੍ਹਦੇ ਹਾਂ, ਠੀਕਰ ਫੋਰ ਦੁਲੀਸ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ, ਹੈ ਸਭ ਜਗ ਪਇਓ, ਜੈ 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 ਸੁਰ ਲੋਕ। ਅੱਗੇ ਜਿਹੜੇ ਬਚਨ ਲਿਖੇ ਨੇ, ਸਾਧਨ ਹੇਤ ਇਤੀ ਜਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਉੱਥੇ ਵਿੱਚ ਮਹਾਰਾਜ ਨੇ ਬਚਨ ਇੱਕ ਇਹ ਵੀ ਲਿਖਿਆ, ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕੈ ਆਵਤ ਲਾਜਾ। ਸੰਸਾਰ ਕਰਾਮਾਤ ਵਿਖਾ ਕੇ ਖੁਸ਼ ਹੁੰਦਾ ਹੈ, ਥੋੜੀ ਬਹੁਤ ਭਗਤੀ ਕਰਨ ਵਾਲਾ ਕਰਾਮਾਤ ਵਿਖਾ ਕੇ ਦਾਅਵੇ ਕਰਦਾ ਮੈਂ ਕੀਤਾ,
ਪ੍ਰਭੂ ਦਾ ਜਿਹੜਾ ਸੇਵਕ ਹੈ, ਹਰਜਨ ਹੈ, ਜਿਹੜਾ ਪ੍ਰਭ ਲੋਗਨ ਤੋਂ ਭਾਵ ਹੈ ਜਿਹੜਾ ਹਰਜਨ ਹੈ, ਉਹਨੂੰ ਲੱਜਾ ਆਉਂਦੀ ਹੈ ਵੀ ਇਹ ਇੰਨੀ ਵੱਡੀ ਤਾਕਤ ਲੈ ਕੇ ਏਡਾ ਛੋਟਾ ਜਿਹਾ ਨਾਟਕ ਦਿਖਾ ਰਿਹਾ, ਇਤਨੀ ਵੱਡੀ ਸਮਰੱਥਾ ਦਾ ਮਾਲਕ ਹੋ ਕਰਕੇ ਤੇ ਆ ਨਿੱਕੀ ਜੀ ਖੇਡ ਪ੍ਰਗਟ ਕਰ ਰਿਹਾ। ਇਸ ਲਈ ਜਿਹੜੇ ਪ੍ਰਭੂ ਲੋਗਨ ਨੇ, ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਹਰਜਨ ਨੇ, ਜਿਹੜੇ ਉਸ ਦੇ ਸੇਵਕ ਨੇ, ਉਹ ਕਦੀ ਵੀ ਕਰਾਮਾਤ ਨਹੀਂ ਕਰਦੇ ਹਨ। ਆਦਿਕ ਧਰਮ ਤਨ ਤਰੈ ਨ ਛੋਰੈ, ਨਿਜ ਨਿਜ ਪੈ ਸਭ ਕੋ ਸੁਖ ਸਾਜ। ਅਦਿਕ ਧਰਮ ਧਨ ਭਾਵ ਕਿਸੇ ਵੀ ਲਾਲਚ ਵਿੱਚ ਆ ਕਰਕੇ, ਕਿਸੇ ਵੀ ਲੋਭ ਅੰਦਰ ਆ ਕਰਕੇ ਕਦੀ ਵੀ ਪ੍ਰਭੂ ਦੇ ਜਿਹੜੇ ਲੋਕ ਹਨ, ਹਰਜਨ ਹਨ, ਆਪਣਾ ਧਰਮ ਨਹੀਂ ਛੱਡਦੇ। ਆਪਣਾ ਤੇ ਦੂਰ ਦੀ ਗੱਲ ਹੈ, ਮਹਾਰਾਜ ਜੀਆਂ ਨੇ ਤੇ ਦੂਜੇ ਦੇ ਧਰਮ ਦੀ ਰਾਖੀ ਲਈ ਆਪਣਾ ਬਲਿਦਾਨ ਦਿੱਤਾ ਹੈ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਇੱਕ ਬਹੁਤ ਵੱਡੀ ਬਖਸ਼ਿਸ਼ ਹੈ। ਬਾਦਸ਼ਾਹ ਤੇ ਰੋਜ਼ ਆਪਣੇ ਅਹਿਲਕਾਰਾਂ ਰਾਹੀਂ ਬਾਦਸ਼ਾਹ ਨੂੰ ਮਹਾਰਾਜ ਜੀ ਕੋ ਫੁਰਮਾਨ ਕਰ ਰਿਹਾ ਹੈ, ਮਹਾਰਾਜ ਜੀ ਕੇ ਚਰਨਾਂ ਵਿੱਚ ਉਹਨਾਂ ਨੂੰ ਭੇਜ ਰਿਹਾ ਕਿ ਜਾ ਕੇ ਪਤਾ ਕਰੋ ਕਦੋਂ ਸਾਡੀ ਬਾਤ ਮੰਨਦੇ ਹਨ। ਲੇਕਿਨ ਮਹਾਰਾਜ ਅਡੋਲ ਬੈਠੇ ਹਨ। ਈਸ਼ਵਰ ਕਰੈ ਮੇਟ ਕੋ ਸਾਖੈ, ਹਠ ਜੋ ਕਰੈ ਮੂੜ ਮਤ ਪਾਜ। ਤੇ ਮਹਾਰਾਜ ਤੇ ਆਪਣੇ ਮੁਖ ਤੋਂ ਇਹੀ ਵਾਰ-ਵਾਰ ਬਚਨ ਕਰਦੇ ਹਨ ਕਿ ਜੋ ਉਹ ਪਰਿਪੂਰਨ ਪ੍ਰਮਾਤਮਾ ਕਰ ਰਿਹਾ ਹੈ, ਉਹਦੀ ਮੌਜ ਹੈ। ਜੇ ਉਸਨੇ ਇਤਨੇ ਵਰਨ ਪੈਦਾ ਕੀਤੇ ਹਨ, ਇਤਨੇ ਮਤ ਹਨ, ਇਹ ਸਭ ਉਸ ਦੀ ਮੌਜ ਹੈ। ਅਸੀਂ ਜੀਵ ਧੱਕਾ ਕਰਕੇ ਉਹਦੇ ਵਰਨ ਅੰਦਰ, ਉਹਦੇ ਮਤ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦੇ ਹਾਂ। ਮੇਰੇ ਦਲ ਕਠਨ ਦਿਆਦਿਕ ਭਾਖੇ, ਸੁਨ ਕਰ ਦੁਖੈ ਅਦਕ ਉਰ ਮਾਹੇ। ਤੇ ਨਾਲ ਹੀ ਆਇਆ ਹੋਇਆ ਜਿਹੜਾ ਸਿੱਖ ਹੈ ਨਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਬੈਠਾ ਜਿਹੜਾ ਇਹ ਸਾਰੀ ਵਾਰਤਾ ਦੱਸ ਰਿਹਾ, ਉਸਨੇ ਇਹ ਵੀ ਦੱਸਿਆ ਹੈ ਕਿ ਮਹਾਰਾਜ ਆਪ ਜੀ ਕੇ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਸਾਡੇ ਗੁਰਦੇਵ ਜਿਹੜੇ ਕਿ ਇਸ ਵਕਤ ਕੈਦ ਵਿੱਚ ਹਨ, ਆਏ ਹੋਏ ਮੁਲਾਣੇ, ਆਏ ਹੋਏ ਅਹਿਲਕਾਰ ਬੜੇ ਕਠੋਰਤਾ ਨਾਲ ਪੇਸ਼ ਆਉਂਦੇ ਹਨ, ਬੜੇ ਕਰੜੇ ਬਚਨ। ਮਿਰਦਲ ਕਠਨ ਇਤਿਆਦਿਕ ਭਾਖੇ, ਸੁਨ ਕਰ ਦੁਖਤ ਅਦਿਕ ਉਰ ਮਾਹੇ। ਕਿ ਜਦੋਂ ਉਹਨਾਂ ਬੋਲਾਂ ਨੂੰ ਸੁਣੀਦਾ ਹੈ ਨਾ, ਕਿਉਂਕਿ ਉਹ ਜਿਹੜੇ ਦਰੋਗੇ ਆਦਿਕ ਸਨ ਜਾਂ ਜਿਹੜਾ ਜਮਾਦਾਰ ਸੀ ਜਿੱਥੇ ਜੇਲ੍ਹ ਵਿੱਚ ਕੈਦ ਸਨ, ਉਹ ਦੱਸ ਦਿੰਦੇ ਸਨ ਉਹ ਮਹਾਰਾਜ ਜੀ ਕੇ ਸਿੱਖ ਹੋ ਚੁੱਕੇ ਸਨ। ਜਦੋਂ ਸਾਰੀਆਂ ਬਾਤਾਂ ਸੁਣਦੇ ਹਾਂ ਤੇ ਹਿਰਦਾ ਬੜਾ ਦੁਖੀ ਹੁੰਦਾ ਹੈ ਕਿ ਇਹ ਮੂਰਖ ਬਾਦਸ਼ਾਹ ਪੂਰਨ ਪਦਵੀ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਕਿਸ ਵਿਧ ਪੇਸ਼ ਆ ਰਿਹਾ ਹੈ ਜੀ। ਪੁਨ ਗੁਰ ਮੋਕੋ ਕੀਨ ਆਵਾਹਨ, ਜਮਾਦਾਰ ਕਰ ਗ੍ਰਹਿ ਤਾਹੇ। ਫਿਰ ਸਤਿਗੁਰਾਂ ਨੇ ਸੱਦਿਆ, ਮਹਾਰਾਜ ਨੇ ਹੁਕਮ ਦਿੱਤਾ, ਉਹ ਜਿਹੜਾ ਉੱਥੋਂ ਦਾ ਮੁਖੀ ਹੈ, ਉਸ ਜੇਲ੍ਹ ਦੇ ਅੰਦਰ ਜਿਹੜਾ ਦੁਆਰਾ ਲਾਇਆ ਹੋਇਆ ਹੈ, ਜਿਹੜਾ ਉਸ ਦੁਆਰ ਤੇ ਪਹਿਰਾ ਦਿੰਦਾ ਹੈ, ਉਹਦੇ ਨਾਲ ਮੁਲਾਕਾਤ ਮਹਾਰਾਜ ਜੀ ਕੀ ਹੋਈ। ਮਹਾਰਾਜ ਜੀ ਕੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਇਆ, ਗੁਰੂ ਕਾ ਸਿੱਖ ਬਣ ਗਿਆ ਹੈ। ਭਾਵੇਂ ਧਰਮ ਕਰਕੇ ਇਸਲਾਮੀ ਸੀ, ਉਹਨਾਂ ਦਾ ਪਹਿਰੇਦਾਰ ਸੀ, ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਹੁਕਮ ਮੰਨਦਾ ਸੀ ਤੇ ਹੁਕਮ ਮੰਨ ਕੇ ਉਸਨੇ ਸਾਨੂੰ ਸੱਦਿਆ ਤੇ ਮਹਾਰਾਜ ਜੀ ਕੇ ਸਾਥ ਸਾਡੀ ਮੁਲਾਕਾਤ ਵੀ ਕਰਵਾਈ ਹੈ ਜੀ। ਸੋ ਗੁਰ ਸੇਵਕ ਹੋਏ ਅਨਕੂਲੀ, ਪਠੋ ਜੋ ਸਿੱਖ ਮਿਲਾਵੈ ਵਾਹਾ। ਉਹ ਜਿਹੜਾ ਦੁਆਰ ਵਾਲਾ ਹੈ, ਦੁਆਰਪਾਲ ਕਹਿ ਲਈਏ, ਜਾਂ ਉਸ ਜੇਲ੍ਹ ਦਾ ਜਿਹੜਾ ਮੁਖੀ ਉਸ ਵਕਤ ਜਿਹੜਾ ਉੱਥੇ ਪਹਿਰਾ ਦੇ ਰਿਹਾ ਮਹਾਰਾਜ ਜੀ ਕੇ ਉੱਪਰ, ਮਹਾਰਾਜ ਜੀ ਦਾ ਸਿੱਖ ਹੋਇਆ ਤੇ ਉਸਨੇ ਯਤਨ ਕਰਕੇ ਇਹ ਸਾਰੀ ਮੁਲਾਕਾਤ ਸਾਡੀ ਕਰਵਾਈ ਹੈ। ਤੇ ਜੇ ਹੋ ਸਕੇ ਤੇ ਆਪ ਜੀ ਉਹਨਾਂ ਦੀ ਸੰਭਾਲ ਕਰਨਾ ਜੀ। ਬੰਦੈ ਚਰਨ ਕਮਲ ਸਰਦਾਉ, ਮੁਝਲੇ ਗਇਓ ਪ੍ਰਭੂ ਕੇ ਪਾਹੇ। ਕਿਉਂਕਿ ਜਿਤਨੇ ਸਮੇਂ ਤੋਂ ਮਹਾਰਾਜ ਜੀ ਉਹਨਾਂ ਦੇ ਪਾਸ ਕੈਦ ਵਿੱਚ ਹਨ, ਮਹਾਰਾਜ ਜੀ ਕੇ ਦਰਸ਼ਨ ਕਰਕੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸੰਗਤ ਕਰਕੇ ਬਹੁਤ ਪ੍ਰਭਾਵਿਤ ਹੋਇਆ ਹੈ ਤੇ ਰੋਜ਼ਾਨਾ ਅਦਬ ਸਹਿਤ ਮਹਾਰਾਜ ਜੀਆਂ ਨੂੰ ਨਮਸਕਾਰ ਕਰਦਾ। ਭਾਵੇਂ ਕਿ ਗੁਰੂ ਤੇਗ ਬਹਾਦਰ ਉਹਦੇ ਸਾਨਮੁਖ ਉਸ ਪਿੰਜਰੇ ਅੰਦਰ, ਲੋਹੇ ਦੇ ਪਿੰਜਰੇ ਵਿੱਚ ਕੈਦ ਪਾਏ ਹੋਏ ਹਨ, ਲੇਕਿਨ ਜਿਹੜਾ ਦੁਆਰਪਾਲ ਹੈ, ਮੁਖੀ ਜਿਹੜਾ ਹੈ, ਜਿਸ ਨੂੰ ਸ਼ਬਦ ਜਮਾਦਾਰ ਵਰਤਦੇ ਨੇ, ਉਹ ਮਹਾਰਾਜ ਜੀ ਕੇ ਚਰਨਾਂ ਵਿੱਚ ਰੋਜ਼ ਉੱਥੇ ਹੀ ਨਮਸਕਾਰ ਕਰਦਾ, ਸਿੱਖ ਬਣ ਚੁੱਕਾ ਹੈ। ਤੇ ਉਹਦੇ ਰਾਹੀਂ ਸਾਡੀ ਮੁਲਾਕਾਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਾਥ ਹੋਈ ਹੈ ਜੀ। ਗੁਰ ਬੋਲੇ ਹਮ ਅਲਪ ਆਰ ਬਲ, ਇੱਕ ਦੋਏ ਦਿਨ ਕੀ ਨਿਸ਼ਚੈ ਜਾਨ। ਤੇ ਜਿਸ ਵਕਤ ਫਿਰ ਮਹਾਰਾਜ ਸਾਡੀ ਮੁਲਾਕਾਤ ਹੋਈ ਹੈ, ਸਿੱਖ ਦੱਸ ਰਿਹਾ ਹੈ ਕਿ ਜਿਸ ਵਕਤ ਸਾਡੀ ਮੁਲਾਕਾਤ ਮਹਾਰਾਜ ਜੀ ਕੇ ਸੰਗ ਹੋਈ ਹੈ ਨਾ, ਕਿਉਂਕਿ ਬਹੁਤੇ ਹਾਲ ਤੇ ਉਸਨੇ ਸੁਣਾ ਦਿੱਤੇ ਸਨ ਜਿਹੜਾ ਸਿੱਖ ਬਣ ਗਿਆ ਸੀ। ਜਿਸ ਵਕਤ ਮਹਾਰਾਜ ਸਾਡੀ ਮੁਲਾਕਾਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਾਥ ਹੋਈ ਤੇ ਫਿਰ ਮਹਾਰਾਜ ਆਪਣੇ ਮੁਖ ਤੋਂ ਬੋਲ ਕਰਕੇ ਕਹਿ ਰਹੇ ਸਨ, ਹਮ ਅਰਪ ਆਰਬਲ, ਭਾਵ ਹੁਣ ਅਸੀਂ ਥੋੜੇ ਹੀ ਦਿਨ ਹੋਰ ਇਸ ਸੰਸਾਰ ਵਿੱਚ ਰਹਿਣਾ, ਇੱਕ ਦੋ ਦਿਨ ਕੀ ਨਿਸ਼ਚੈ ਜਾਣ। ਬਸ ਇੱਕ ਦੋ ਦਿਨਾਂ ਦੀ ਖੇਡ ਹੋ ਰਿਹਾ, ਕਿਉਂਕਿ ਜਿੰਨੀ ਕੁ ਹੁਜਤ ਬਾਦਸ਼ਾਹ ਕਰ ਰਿਹਾ ਤੇ ਜਿਸ ਵੇਲੇ ਇਹ ਕੁਝ ਵਰਤ ਰਿਹਾ ਹੈ, ਉਸ ਅਨੁਸਾਰ ਹੁਣ ਨਿਸ਼ਚੈ ਹੀ ਸ਼ਹਾਦਤ ਹੋਣੀ ਹੈ। ਜਗ ਗੁਰਤਾ ਕੋ ਲੇਕਰ ਗਮਨੋ,
ਨੈ ਠਹਿਰੋ ਹਉ ਕੈ ਸਵਧਾਨ। ਤੇ ਉਸ ਨੇ ਫਿਰ ਸਾਨੂੰ ਇਹ ਹੁਕਮ ਦਿੱਤਾ ਹੈ ਕਿ ਜੋ ਗੁਰਤਾ ਗੱਦੀ ਦੀ ਰਸਮ ਹੈ, ਜਿਸ ਵਿਧ ਗੁਰਤਾ ਗੱਦੀ ਦਿੱਤੀ ਜਾਂਦੀ ਰਹੀ ਹੈ ਪਹਿਲਾਂ, ਉਸੇ ਵਿਧ ਹੀ ਉਹ ਸਾਰੀ ਸੌ ਸਮੱਗਰੀ, ਭਾਵੇਂ ਕਿ ਅਸੀਂ ਕਹਿ ਸਕਦੇ ਹਾਂ ਉੱਥੇ ਕੈਦ ਵਿੱਚ ਤੇ ਮਹਾਰਾਜ ਜੀ ਕੇ ਪਾਸੇ ਸਮਾਨ ਹੈ ਨਹੀਂ ਸੀ, ਫਿਰ ਵੀ ਸਿੱਖ ਨੂੰ ਹੁਕਮ ਦਿੱਤਾ ਹੈ ਕਿ ਜਗ ਗੁਰਤਾ ਕੋ ਲੇਕਰ ਗਮਨੋ, ਕਿ ਤੁਸੀਂ ਜਲਦੀ ਹੀ, ਹੁਣ ਜਦੋਂ ਤੱਕ ਅਸੀਂ ਸਰੀਰ ਵਿੱਚ ਕਾਇਮ ਹਾਂ ਉਦੋਂ ਤੱਕ ਉਹਨੇ ਸਮੇਂ ਦੇ ਵਿੱਚ ਜਲਦੀ ਹੀ ਸ਼੍ਰੀ ਅਨੰਦਪੁਰ ਸਾਹਿਬ ਉਹ ਸਾਰੀ ਸੋਚ ਸਮੱਗਰੀ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੀ ਹਜ਼ੂਰੀ ਅੰਦਰ ਪਹੁੰਚ ਜਾਓ ਤੇ ਜਾ ਕਰਕੇ ਸਾਡਾ ਜੋ ਹੁਕਮ ਹੈ, ਫੁਰਮਾਨ ਹੈ, ਉਹ ਸੁਣਾ ਦੇਣਾ ਜੀ। ਪੰਚੋ ਈਸ਼ਵਰ ਅੰਸੈ ਅਰਪੋ ਵਧੈ ਪ੍ਰਤਾਪ ਜਹਾਨ ਮਹਾਨ। ਤੇ ਜਿਸ ਵਿਧ ਪਹਿਲਾਂ ਗੁਰਤਾ ਗੱਦੀ ਦਿੱਤੀ ਜਾਂਦੀ ਰਹੀ ਹੈ, ਵੱਡੇ ਗੁਰੂ ਸਾਹਿਬਾਨ ਜੀਆਂ ਨੂੰ 5 ਪੈਸੇ ਨਾਰੀਅਲ ਅੱਗੇ ਰੱਖ ਕਰਕੇ ਤੇ ਪਰਿਕਰਮਾ ਕਰਕੇ ਨਮਸਕਾਰ ਕਰਕੇ ਸੰਗਤ ਵਿੱਚ ਬੈਠ ਕਰਕੇ ਸਾਰੀ ਸੰਗਤ ਨੂੰ ਸੁਣਾ ਦੇਣਾ ਕਿ ਗੁਰੂ ਹੁਕਮ ਹੋ ਚੁੱਕਾ, ਹੁਣ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ। ਇਸ ਵਿਧ ਨਾਲ ਉਹ ਜਿਹੜਾ ਸਿੱਖ ਦਿੱਲੀ ਤੋਂ ਸੁਨੇਹਾ ਲੈ ਕਰਕੇ ਪਹੁੰਚਿਆ ਹੈ, ਉਸਨੇ ਭਰੀ ਸੰਗਤ ਦੇ ਅੰਦਰ ਮਹਾਰਾਜਾ ਆਪਣੇ ਸਿੰਘਾਸਨਾਂ ਤੇ ਸਜੇ ਸਨ। ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ, ਬੇਅੰਤ ਸਿੱਖ ਸੰਗਤਾਂ, ਬੇਅੰਤ ਗੁਰੂ ਕੇ ਨਿਜ ਟਹਿਲੀਏ ਸਿੱਖ ਮਸੰਦ ਆਦਿਕ ਬੈਠੇ ਸਨ ਤੇ ਉਹ ਸਾਰੇ ਆਏ ਹੋਏ ਹੁਕਮ ਤੇ ਉਹ ਲਿਆਂਦੀ ਹੋਈ ਸਮੱਗਰੀ ਮਹਾਰਾਜ ਜੀ ਕੇ ਚਰਨਾਂ ਵਿੱਚ ਭੇਟ ਕਰਕੇ ਸਾਰੀ ਸੰਗਤ ਨੂੰ ਬੁਲੰਦ ਆਵਾਜ਼ ਇਹ ਬਾਤ ਦੱਸ ਦਿੱਤੀ ਹੈ ਜੀ। ਬਿਨਾ ਕਾਨ ਤੁਰ ਕਾਨ ਪ੍ਰਹਾਨੋ ਸੇਵ ਕਾਨ ਰਛੋ ਬਲ ਠਾਨ। ਬਿਨਾ ਕਾਨ ਭਾਵ ਆਪ ਜਲਦੀ ਚਲੇ ਜਾਓ, ਮਤਾ ਕਿਤੇ ਇਸ ਗੱਲ ਦੀ ਖਬਰ ਇੱਥੋਂ ਦੇ ਕਿਸੇ ਤੁਰਕ ਨੂੰ ਲੱਗ ਜਾਏ ਤੇ ਉਹ ਤੁਹਾਡੇ ਨਾਲ ਹੁਜਤ ਕਰੇ, ਤੁਹਾਨੂੰ ਗ੍ਰਿਫਤਾਰ ਕਰ ਲਵੇ ਜਾਂ ਕੋਈ ਹੋਰ ਕਾਰਨ ਬਣ ਜਾਵੇ, ਆਪ ਨਾ ਪਹੁੰਚ ਸਕੋ। ਇਸ ਲਈ ਇੱਥੇ ਕਿਸੇ ਨਾਲ ਕੋਈ ਬਾਤ ਆਦਿਕ ਨਹੀਂ ਕਰਨੀ, ਬਿਨਾਂ ਕੋਈ ਗੱਲ ਕੀਤੇ ਆਪ ਤੁਰਤ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਕਰਕੇ ਸਾਡੇ ਸੁਪੁੱਤਰ ਲਾਲ ਗੋਬਿੰਦ ਰਾਏ ਜੀ ਹੋਰਾਂ ਦੇ ਨਾਲ ਇਹ ਬਾਤ ਸਾਂਝੀ ਕਰਨੀ ਹੈ ਤੇ ਇਹ ਜੋ ਅਸੀਂ ਕਹਿ ਰਹੇ ਹਾਂ ਗੁਰਤਾ ਦੀ ਜ਼ਿੰਮੇਵਾਰੀ ਉਹਨਾਂ ਨੂੰ ਦੇਣੀ ਹੈ ਜੀ। ਲੇਕਰ ਗਮਣਿਓ ਥਿਰੋ ਨ ਮਾਰਗ ਗੁਰ ਬਲ ਤੇ ਪਹੁੰਚਿਓ ਪੁਰਿਆਏ। ਫਿਰ ਉਸੇ ਵੇਲੇ ਇਹ ਜਿਹੜਾ ਸਿੱਖ ਹੈ ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਹਨ ਬੜੇ ਬਲ ਦੇ ਨਾਲ, ਕਿਉਂਕਿ ਰਾਹ ਵਿੱਚ ਕਿਤੇ ਨਹੀਂ ਰੁਕਿਆ, ਬਹੁਤ ਜਲਦੀ ਮਹਾਰਾਜ ਜੀ ਕੇ ਪਾਸ ਪਹੁੰਚ ਕਰਕੇ ਤੇ ਸਾਰੀ ਵਿਥਿਆ ਇਦਾਂ ਸੰਗਤ ਵਿੱਚ ਬੈਠ ਕਰਕੇ, ਜਿਵੇਂ ਆਪ ਜੀਆਂ ਨੇ ਪਿੱਛੇ ਹੁਣ ਸਰਵਣ ਕੀਤਾ ਹੈ, ਉਹ ਸਾਰਾ ਕੁਝ ਸੁਣਾ ਰਿਹਾ ਹੈ ਜੀ। ਸਭਾ ਸਹਿਤ ਕਲਗੀਧਰ ਸੁਨ ਕਰ ਗੁਰ ਸਿਮਰਨ ਕਰ ਉਰ ਮੈਂ ਲਿਆਏ। ਸਭਾ ਸਹਿਤ ਸਾਰੀ ਸੰਗਤ ਵਿਰਾਜਮਾਨ ਹੈ, ਮਹਾਰਾਜ ਜੀ ਕੇ ਚੌਗਿਰਦੇ ਦੀਵਾਨ ਸਜੇ ਹਨ, ਮਹਾਰਾਜ ਆਪਣੇ ਸਿੰਘਾਸਨਾਂ ਤੇ ਬੈਠੇ ਸਨ। ਕਲਗੀਧਰ ਸੁਨ ਕਰ, ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਮਹਾਰਾਜ ਜੀਆਂ ਨੇ ਸਾਰੀ ਬਾਤ ਸੁਣੀ ਹੈ, ਸੰਗਤ ਨੇ ਵੀ ਸੁਣੀ ਹੈ। ਫਿਰ ਨਾਲ ਹੀ ਸਾਰੀ ਸੰਗਤ ਨੂੰ ਇਹ ਹੁਕਮ ਕੀਤਾ ਹੈ ਗੁਰ ਸਿਮਰਨ ਕਰ ਉਰ ਮੈਂ ਲਿਆਏ, ਕਿ ਸੰਗਤ ਜੀ ਸਤਿਗੁਰੂ ਜੀਆਂ ਨੇ ਸਾਡੇ ਲਈ ਇਹ ਹੁਕਮ ਘੱਲੇ ਹਨ ਤੇ ਮਹਾਰਾਜ ਜੀ ਕੇ ਹੁਕਮ ਜਿਹੜੇ ਆਏ ਹਨ ਉਹ ਅਸੀਂ ਵਜਾਉਣੇ ਹਨ, ਪਦਵੀ ਪ੍ਰਾਪਤ ਹੋਣੀ ਹੈ, ਗੁਰੂ ਗੱਦੀ ਪ੍ਰਾਪਤ ਹੋਣੀ ਹੈ। ਸੋ ਇਸ ਤੋਂ ਪਹਿਲਾਂ ਸਾਰੀ ਸੰਗਤ ਸਾਵਧਾਨ ਹੋ ਕਰਕੇ ਕੁਝ ਸਮੇਂ ਲਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿਮਰਨ ਕਰੀਏ ਜੀ। ਬੰਦ ਹਾਥ ਬੰਧਨ ਕਰ ਪੁਨ ਪੁਨ ਅਲਖ ਗੁਰ ਗਤ ਲਖੀ ਨ ਜਾਏ। ਫਿਰ ਜਿਵੇਂ ਮਹਾਰਾਜ 10ਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੁਕਮ ਹੋਇਆ, ਭਰੇ ਦੀਵਾਨ ਵਿੱਚ ਸਾਰੀ ਸੰਗਤ ਸਾਵਧਾਨ ਹੋ ਕਰਕੇ ਬੈਠ ਗਈ, ਹੱਥ ਜੋੜ ਲਏ, ਨੇਤਰ ਬੰਦ ਹੋ ਗਏ, ਬੰਦ ਹਾਥ ਬੰਧਨ ਕਰ ਪੁਨ ਪੁਨ, ਹੱਥ ਜੁੜ ਗਏ ਹਨ ਮਹਾਰਾਜ ਜੀ ਕੀ ਹਜ਼ੂਰੀ ਵਿੱਚ, ਸੀਸ ਨੀਵਾ ਹੋ ਗਿਆ ਕਿਉਂਕਿ ਹੁਕਮ ਆਇਆ ਨਾ। ਤੇ ਸੰਗਤ ਦਾ ਮਹਾਰਾਜ ਜੀ ਕੇ ਸਾਥ ਅਥਾਹ ਪ੍ਰੇਮ ਹੈ। ਸ਼੍ਰੀ ਅਨੰਦਪੁਰ ਸਾਹਿਬ ਮਹਾਰਾਜ ਵਸਾਉਣ ਵਾਲੇ ਸਨ, ਇੱਥੋਂ ਦੀਆਂ ਸੰਗਤਾਂ ਦੂਰ ਦੇਸ਼ਾਂ ਤੋਂ ਆਈਆਂ ਹੋਈਆਂ ਬੇਅੰਤ ਸੰਗਤਾਂ ਮਹਾਰਾਜ ਜੀ ਕੇ ਨਾਲ ਬਹੁਤ ਪ੍ਰੇਮ ਕਰਦੀਆਂ ਨੇ। ਸੋ ਸੰਗਤਾਂ ਨੇ ਹੁਕਮ ਪਾ ਕਰਕੇ ਦੋਨੋਂ ਹੱਥ ਜੋੜ ਲਏ ਹਨ, ਸੀਸ ਨਿਵਾ ਲਏ ਹਨ ਤੇ ਨਾਲ ਹੀ ਪੁਨ ਪੁਨ ਅਲਖ ਗੁਰੂ ਗਤ ਲਖੀ ਨਾ ਜਾਏ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਗਤ ਕੀ ਹੈ, ਜਿਵੇਂ ਬਾਣੀ ਦੇ ਅਸੀਂ ਬਚਨ ਪੜ੍ਹਦੇ ਹਾਂ ਨਾ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸੰਗਤ ਕੁਰਬਾਨ ਹੁੰਦੀ ਹੋਈ ਆਪਣੇ ਮੁਖ ਤੋਂ ਫਿਰ ਸਿਮਰਨ ਕਰ ਰਹੀ ਸੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਇਸ ਬਿਦਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਹੁਕਮੋਂ ਸਹਿਤ ਦੀਵਾਨ ਵਿੱਚ ਬੈਠ ਕਰਕੇ ਕੁਝ ਸਮਾਂ ਨਿਰੰਤਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋ ਯਾਦ ਕੀਤਾ, ਸੰਗਤ ਨੇ ਸਿਮਰਨ ਕੀਤਾ ਹੈ ਜੀ। ਮਾਤ ਨਾਨਕੀ ਜੈ ਸ੍ਰੀ ਗੁਜਰੀ ਪਹੁੰਚ ਸਿੱਖ ਕਰ ਨਮੋ ਸੁਨਾਏ। ਨਾਲ ਹੀ ਜਿਸ ਸਥਾਨ ਤੇ ਗੁਰੂ ਕੇ ਗ੍ਰਹਿ ਅੰਦਰ ਜਿੱਥੇ ਮਾਤਾ ਗੁਜਰ ਕੌਰ ਜੀ ਗੁਰੂ ਕੇ ਮਹਿਲ ਤੇ ਗੁਰੂ ਕੇ ਬਿਰਧ ਮਾਤਾ ਮਾਤਾ ਨਾਨਕੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਮਾਤਾ ਜੀ ਵਿਰਾਜਮਾਨ ਹਨ,
ਸਿੱਖਾਂ ਨੇ ਜਾ ਕਰਕੇ ਇਹ ਜਿਹੜਾ ਸੁਨੇਹਾ ਹੈ ਉਸ ਸਥਾਨ ਤੇ ਵੀ ਦੇ ਦਿੱਤਾ ਹੈ ਜੀ। ਦੀਰਘ ਸਵਾਸ ਤਪਤ ਅਤ ਛੋਰਤ ਲੋਚਨ ਜਲ ਚਲ ਕਿਉ ਤਤਕਾਲ। ਤੇ ਜਿਵੇਂ ਇਹ ਹੁਕਮ ਸੁਣਿਆ ਹੈ, ਜਿਵੇਂ ਹੀ ਗੁਰਤਾ ਗੱਦੀ ਵਾਲੀ ਬਾਤ ਸੁਣੀ ਹੈ, ਇੱਧਰ ਜਿਹੜੇ ਮਾਤਾ ਜੀ ਹਨ ਕੁਦਰਤੀ ਤੌਰ ਤੇ ਉਹਨਾਂ ਦੇ ਅੰਦਰ ਵੈਰਾਗ ਆ ਗਿਆ। ਭਾਵੇਂ ਕਿ ਅਸੀਂ ਕਹਿੰਦੇ ਹਾਂ ਕਈ ਵਾਰ ਨਾ, ਜਦੋਂ ਵੀ ਕਿਤੇ ਕੋਈ ਐਸੀ ਬਾਤ ਚੱਲਦੀ ਹੈ ਤੇ ਅਸੀਂ ਕਹਿੰਦੇ ਹਾਂ ਜੀ ਗੁਰਮਤਿ ਨੇ ਸਾਨੂੰ ਇਸ ਗੱਲੋਂ ਵਰਜਿਆ ਹੈ। ਠੀਕ ਹੈ, ਬਿਲਕੁਲ ਵਰਜਿਆ, ਦੁਰਸਤ ਹੈ ਬਾਤ। ਗੁਰਮਤਿ ਕਹਿੰਦੀ ਹੈ ਵੀ ਕਦੇ ਵੀ ਕਿਸੇ ਸ਼ੋਕ ਨੂੰ ਲੈ ਕਰਕੇ ਰੋਦਨ ਨਹੀਂ ਕਰਨਾ। ਇਹ ਗੱਲ ਬਿਲਕੁਲ ਦੁਰਸਤ ਹੈ ਕਿ ਜੇਕਰ ਅਸੀਂ ਰੋਦਨ ਦੀ ਗੱਲ ਕਰਾਂਗੇ ਨਾ, ਰੋਣ ਦੀ ਗੱਲ ਕਰਾਂਗੇ, ਤੇ ਗੁਰਮਤਿ ਕਹਿੰਦੀ ਹੈ ਵੀ ਸਿੱਖ ਦਾ ਹਿਰਦਾ ਪਛਤਾਵਾ ਨਾ ਕਰੇ, ਰੋਵੇ ਨਾ, ਹੁਕਮ ਮੰਨੇ। ਬਿਲਕੁਲ ਮੰਨਣਾ ਚਾਹੀਦਾ। ਉੱਥੇ ਹੀ ਜੇ ਕਿਤੇ ਸਿੱਖ ਬਾਣੀ ਨਾਲ ਜੁੜਿਆ ਹੈ, ਜੇ ਕਿਤੇ ਸਿੱਖ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਹੈ, ਜੇ ਕਿਤੇ ਸਿੱਖ ਗੁਰੂ ਦੀ ਆਗਿਆ ਵਿੱਚ ਹੈ, ਤੇ ਬਾਣੀ ਕਹਿੰਦੀ ਹੈ ਸਭ ਤੋਂ ਵੱਧ ਬਿਰਹਾ ਸਿੱਖ ਦੇ ਹਿਰਦੇ ਵਿੱਚ ਹੈ। ਇਹ ਵੀ ਖਿਆਲ ਕਰਿਓ, ਬਾਣੀ ਦਾ ਇਹ ਫਰਮਾਨ ਹੈ, ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਕੁਦਰਤੀ ਤੌਰ ਤੇ ਜੇ ਕਿਤੇ ਸਿੱਖ ਦਾ ਅੰਦਰ ਗੁਰੂ ਨਾਲ ਜੁੜਿਆ ਹੋਇਆ ਨਾ, ਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਗੁਰੂ ਦੀ ਬਾਣੀ ਦਾ, ਗੁਰੂ ਦੇ ਹੁਕਮ ਦਾ ਇੱਕ ਬੋਲ ਸੁਣ ਕੇ ਵੀ ਸਿੱਖ ਦੇ ਨੇਤਰਾਂ ਵਿੱਚੋਂ ਜਲ ਵਹਿ ਤੁਰਦਾ ਹੈ। ਇਹ ਤੇ ਹੁਕਮ ਉਹ ਆਇਆ ਜਿੱਥੇ ਗੁਰਦੇਵ ਕਹਿ ਰਹੇ ਨੇ ਵੀ ਅਸੀਂ ਹੁਣ ਸਰੀਰ ਤਿਆਗ ਦੇਣਾ, ਸ਼ਹਾਦਤ ਹੋ ਜਾਣੀ ਹੈ। ਕੁਦਰਤੀ ਤੌਰ ਤੇ ਵੀ ਜੇ ਕਿਤੇ ਸਿੱਖ ਗੁਰੂ ਦੀ ਅੰਦਰੋਂ ਗੁਰੂ ਨਾਲ ਜੁੜਿਆ ਹੋਇਆ ਹੈ, ਤੇ ਗੁਰੂ ਦੀ ਬਾਣੀ ਦਾ ਇੱਕ ਬੋਲ ਉਹਦੇ ਕੰਨਾਂ ਵਿੱਚ ਪੈ ਗਿਆ, ਉਹ ਜਿਹੜਾ ਪ੍ਰੇਮ ਹੈ ਸਿੱਖ ਦੇ ਨੇਤਰਾਂ ਵਿੱਚੋਂ ਜਲ ਪ੍ਰਗਟ ਕਰ ਦਿੰਦਾ। ਇੱਕ ਵੈਰਾਗ ਦੀ, ਅਨੁਰਾਗ ਦੀ ਪੂਰਨ ਅਵਸਥਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਵਿੱਚ ਵੀ ਹੈ। ਜਦੋਂ ਕਿਤੇ ਅਗੰਮੀ ਸਮਾਧੀ ਅੰਦਰ ਕਹਿ ਲਈਏ ਬੰਦਗੀ ਵਿੱਚ ਟਿਕਦੇ ਨੇ ਨਾ, ਤੇ ਉਹਨਾਂ ਦੇ ਨੇਤਰਾਂ ਵਿੱਚੋਂ ਵੀ ਜਲ ਵਗਦਾ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੀ ਬਾਣੀ ਪੜ੍ਹੋਗੇ ਨਾ, ਉਹ ਆਪਣੀ ਬਾਣੀ ਵਿੱਚ ਲਿਖਦੇ ਨੇ, ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜ। ਉਹ ਲੋਇਨਾ ਦੇ ਵਿੱਚੋਂ ਇੱਕ ਵੈਰਾਗ ਆ ਜਾਂਦਾ ਹੈ। ਇਸੇ ਵੇਲੇ ਹੀ ਜਿਸ ਵਕਤ ਅੱਜ ਪਤਾ ਲੱਗਿਆ ਮਾਤਾ ਨਾਨਕੀ ਜੀ ਹੋਰਾਂ ਨੇ ਇਹ ਸ਼ਬਦ ਸੁਣੇ ਕਿ ਪੁੱਤਰ ਗੁਰੂਦੇਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੋਰਾਂ ਨੇ ਕਹਿ ਦਿੱਤਾ ਹੈ ਕਿ ਹੁਣ ਗੁਰਤਾ ਗੱਦੀ ਤੇ ਸਾਡੇ ਲਾਲ ਗੋਬਿੰਦ ਰਾਏ ਜੀ ਸੁਭਾਇਮਾਨ ਹੋ ਜਾਣ, ਕਿਉਂਕਿ ਥੋੜੇ ਸਮੇਂ ਦੇ ਵਿੱਚ ਹੀ ਅਸੀਂ ਆਪਣਾ ਇਹ ਸਰੀਰ ਕੁਰਬਾਨ ਕਰ ਦੇਣਾ ਹੈ। ਸੱਚਮੁੱਚ ਉਸ ਮਾਤਾ ਬਿਰਧ ਮਾਤਾ ਨਾਨਕੀ ਜੀ ਤੇ ਗੁਰੂ ਕੇ ਮਹਿਲ ਮਾਤਾ ਗੁਜਰ ਕੌਰ ਜੀਆਂ ਦੇ ਨੇਤਰਾਂ ਵਿੱਚ ਵੈਰਾਗ ਦੇ ਹੰਝੂ ਆ ਗਏ ਸਨ। ਇਹ ਕੋਈ ਸੁਭਾਵਕ ਕੁਦਰਤੀ ਤੌਰ ਤੇ ਜਿੱਥੇ ਪ੍ਰੇਮ ਹੈ ਨਾ, ਉੱਥੇ ਇਹ ਗੱਲ ਪ੍ਰਗਟ ਹੋ ਜਾਂਦੀ ਹੈ। ਅਸੀਂ ਇਹਨੂੰ ਰੋਦਨ ਨਾਲ ਨਹੀਂ ਜੋੜ ਸਕਦੇ ਵੀ ਪਛਤਾਵੇ ਦੇ ਹੰਝੂ ਨੇ। ਉਸ ਸੰਸਾਰਿਕ ਪੱਖ ਤੇ ਨਹੀਂ ਕਹਿ ਸਕਦੇ ਵੀ ਜੇਕਰ ਪੁੱਤਰ ਦੀ ਸ਼ਹਾਦਤ ਹੋ ਰਹੀ ਹੈ ਤੇ ਮਾਂ ਉੱਥੇ ਰੁਦਨ ਕਰਨ ਬਹਿ ਗਈ। ਪੁੱਤਰ ਦੇ ਨਾਲ ਪ੍ਰੇਮ ਹੀ ਇਤਨਾ ਹੈ, ਧਰਮ ਦੀ ਰਾਖੀ ਦੇ ਲਈ, ਕਿਸੇ ਦੂਜੇ ਦੇ ਧਰਮ ਬਚਾਉਣ ਦੇ ਲਈ ਗੁਰੂ ਨੇ ਆਪਣੀ ਸ਼ਹਾਦਤ ਦੇ ਦਿੱਤੀ ਹੈ। ਕੁਦਰਤੀ ਤੌਰ ਤੇ ਮਾਂ ਦੇ ਅੱਖਾਂ ਦੇ ਵਿੱਚੋਂ ਵੈਰਾਗ ਜਿਹੜਾ ਹੈ ਉਹ ਪ੍ਰਗਟ ਹੁੰਦਾ ਹੈ। ਅਤ ਸਮਰੱਥ ਜਿਨ ਦਾਸਨ ਦਾਸੈ ਸਹੀ ਅਵਗਿਆ ਏਤਿਕ ਵਿਸਾਲ। ਬਹੁਤ ਸਮਰੱਥ ਨੇ ਮਹਾਰਾਜ, ਬਹੁਤ ਵੱਡੀ ਬਖਸ਼ਿਸ਼ ਦੇ ਮਾਲਕ ਨੇ, ਜਿਨ੍ਹਾਂ ਨੇ ਆਪ ਇਹ ਸਭ ਕੁਝ ਆਪਣੇ ਪਿੰਡੇ ਤੇ ਆਪਣੇ ਤਨ ਤੇ ਜਰਿਆ ਹੈ ਜੀ। ਚਹਿ ਕਰੈ ਬਿਨ ਬਿਲਮ ਸਰਬ ਕੁਛ ਬਸ ਤੁਰ ਕੇਸਰ ਕੇ ਅਸਹਾਲ। ਜੋ ਚਾਹੁਣ ਉਹ ਕਰ ਸਕਦੇ ਹਨ, ਸਮਰੱਥ ਹਨ, ਲੇਕਿਨ ਉਹ ਵੀ ਰੱਬੀ ਹੁਕਮ ਅੰਦਰ ਭਾਣੇ ਅੰਦਰ ਤੁਰਕ ਦਾ ਜੋ ਧੱਕਾ ਹੈ, ਹੁਜਤ ਹੈ, ਉਹ ਜਰ ਰਹੇ ਹਨ। ਧੰਨ ਧੰਨ ਗੁਰ ਅਰਜਨ ਚਰਤਾ ਕਿਮ ਕੋ ਬਾਕ ਹੈ ਕਿਸ ਨਾਲ। ਧੰਨ ਧੰਨ ਗੁਰ ਅਰਜਨ ਚਰਤਾ। ਇੱਥੇ ਵਾਰਤਾ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਥੋੜੀ ਸਾਂਝੀ ਕੀਤੀ ਪਿਛਲੇ ਇਤਿਹਾਸ ਦੀ। ਜਿਵੇਂ ਇੱਕ ਸਮਾਂ ਸੀ ਜਿਸ ਵਕਤ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ 11 ਵਰ੍ਹਿਆਂ ਦੇ ਸੁਪੁੱਤਰ ਲਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਪ ਗੁਰਦਾ ਗੱਦੀ ਤੇ ਬਿਠਾ ਕਰਕੇ ਤੇ ਲਾਹੌਰ ਜਾ ਕਰਕੇ ਸ਼ਹਾਦਤ ਨੂੰ ਪ੍ਰਾਪਤ ਹੋ ਗਏ ਸਨ। ਉਹ ਵੀ ਇੱਕ ਵੇਲਾ ਸੀ। ਮਾਤਾ ਗੰਗਾ ਜੀਆਂ ਦਾ ਸਾਰਾ ਇਤਿਹਾਸ, ਜਿਵੇਂ ਫਿਰ ਅੱਗੇ ਉਹ ਪਿੱਛੇ ਇਤਿਹਾਸ ਵਿੱਚ ਅਸੀਂ ਉਹ ਸਾਰੇ ਹਵਾਲੇ ਪੜ੍ਹ ਕੇ ਆਏ ਹਾਂ। ਸੋ ਜਿਸ ਵਿਦ ਉਸ ਸਮੇਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਹਿਜ ਵਿੱਚ ਟਿਕ ਕਰਕੇ ਸ਼ਹਾਦਤ ਦਿੱਤੀ, ਤੇ ਪਿੱਛੇ ਲਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀ ਆਰਬਲਾ 11 ਵਰ੍ਹਿਆਂ ਦੀ ਸੀ। ਠੀਕ ਉਸੇ ਤਰ੍ਹਾਂ ਹੁਣ 9ਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਜਾ ਕਰਕੇ ਸ਼ਹਾਦਤ ਦੇ ਰਹੇ ਨੇ, ਤੇ ਪਿੱਛੇ ਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੀ ਆਰਬਲਾ 9 ਵਰ੍ਹਿਆਂ ਦੀ ਹੈ। ਸੋ ਇਸ ਵੇਲੇ ਬਹੁਤ ਵੱਡੀ ਬਖਸ਼ਿਸ਼ ਹੈ। ਮਾਤਾ ਜੀਆਂ ਨੇ ਉਸ ਸਮੇਂ ਯਾਦ ਕੀਤੇ ਹਨ, ਕਿਉਂਕਿ ਕੁਦਰਤੀ ਤੌਰ ਤੇ ਵੀ ਵੇਖਾਂਗੇ ਨਾ ਤੇ ਉਹ ਸਮਾਂ ਕੋਈ ਬਹੁਤਾ ਦੂਰ ਨਹੀਂ ਨਿਕਲਦਾ। ਸੋ ਮਾਤਾ ਜੀਆਂ ਨੇ ਇੱਕ ਵਾਰ ਉਹ ਸਾਰਾ ਸਮਾਂ ਯਾਦ ਕੀਤਾ। ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੇ ਨੇਤਰਾਂ ਦੇ ਵਿੱਚੋਂ ਵੈਰਾਗ ਦੇ ਹੰਝੂ ਆਏ ਹਨ, ਜੋ ਹੁਕਮ ਆਏ ਹਨ, ਕਿਉਂਕਿ ਕਹਿ ਦੇਣਾ ਗੁਰਮੁਖੋ ਬਹੁਤ ਸੌਖਾ, ਔਖੀ ਗੱਲ ਹੁੰਦੀ ਅਮਲ ਕਵਾਉਣ ਵਾਲੀ। ਸੋ ਜਿਸ ਵੇਲੇ ਜਿਨ੍ਹਾਂ ਨੇ ਇਹ ਸਭ ਕੁਝ ਆਪਣੇ ਤਨ ਤੇ ਹੰਢਾਇਆ ਹੈ, ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਇਹ ਵਾਰਤਾ ਸਾਂਝੀ ਕੀਤੀ ਹੈ, ਕੁਝ ਅੱਗੇ ਵੀ ਹਵਾਲੇ ਨੇ,
ਆਪਾਂ ਯਤਨ ਕਰਾਂਗੇ। ਮਹਾਰਾਜ ਜੀ ਕੀ ਬਹੁਤ ਵੱਡੀ ਭਗਤੀ ਹੈ, ਬਹੁਤ ਵੱਡਾ ਤਪ ਹੈ ਜਿਹੜਾ ਅਸੀਂ ਬਚਨ ਪੜ੍ਹਦੇ ਆ ਨਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਹੈ, ਸੀਸ ਦਿਆ ਪਰ ਸਿਰ ਨਾ ਦਿਆ। ਸਿਦਕ ਨਹੀਂ ਜਾਣ ਦਿੱਤਾ, ਸੀਸ ਦੇ ਦਿੱਤਾ। ਸੋ ਗੁਰਦੇਵ ਰਹਿਮਤ ਕਰਨ। ਅੱਜ ਵਿਚਾਰਾਂ ਨੂੰ ਆਪਾਂ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਅਗਲੀ ਜੋ ਵਾਰਤਾ ਹੈ, ਜਿਵੇਂ ਗੁਰਤਾ ਗੱਦੀ ਪ੍ਰਾਪਤ ਹੋਈ, ਨਾਲ ਹੀ ਕੁਝ ਸਮੇਂ ਤੋਂ ਬਾਅਦ ਸਿੱਖ ਮਹਾਰਾਜ ਜੀ ਦਾ ਸੀਸ ਲੈ ਕੇ ਆ ਗਿਆ। ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੇ ਆਪ ਆਪਣੇ ਹੱਥੀਂ ਪਿਤਾ ਗੁਰਦੇਵ ਜੀ ਕੇ ਇਕੱਲੇ ਸੀਸ ਦਾ ਸੰਸਕਾਰ ਕਰਵਾਇਆ। ਇੱਕ ਬਹੁਤ ਵੱਡਾ ਅੰਦਰ ਚਾਹੀਦਾ ਇਹਨਾਂ ਕਾਰਜਾਂ ਨੂੰ ਕਰਨ ਦੇ ਲਈ। ਸੋ ਉਹ ਸਾਰਾ ਇਤਿਹਾਸ ਇਸੇ ਤਰ੍ਹਾਂ ਅਗਲੀ ਲੜੀ ਵਿੱਚ ਵਿਸਤਾਰ ਸਹਿਤ ਇਹਨਾਂ ਸਮਿਆਂ ਦੌਰਾਨ ਆਪ ਸੰਗਤਾਂ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੇ। ਅੱਜ ਇੱਥੇ ਹੀ ਸਮਾਪਤੀ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣਾ। ਆਓ ਅਖੀਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਧੰਨ ਧੰਨ ਗੁਰ ਅਰਜਨ ਚਰਤਾ, ਕਿਮ ਕੋ ਬਾਕ ਕਹਿ ਕਿਸ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।